खुद चलदी रही तत्तियां बावां मैनू करके ठंडड़ी छां। ਆਪਣੇ ਅੰਦਰ ਹੀ ਤਾਂ ਸਾਰੇ ਰੋਂਦੇ ਆ, ਕਦੇ ਸਾਡੇ ਸਾਹਮਣੇ ਨਹੀਂ ਕਿਹਾ ਵੀ ਪੁੱਤ ਮੈਂ ਔਖੀ ਆ, ਪਰ ਮੈਨੂੰ ਖੁਦ ਨੂੰ ਪਤਾ, ਮੈਂ ਖੁਦ ਕਹਿਣਾ ਹੁੰਦਾ ਕਿ ਪ੍ਰਮਾਤਮਾ ਜੋਬ ਦੇਣੀ ਆ ਮਾਤਾ ਦੀ ਜਿੰਦਿਆਂ ਜਿੰਦਿਆਂ ਦੀ, ਇਹ ਤੇ ਪਤਾ ਨਹੀਂ ਕਿਹਦੀ ਦੇਣਾ ਕਿਹਦੀ ਸਵੇਰਾ, ਔਰ ਬਾਅਦ 'ਚ ਮੈਨੂੰ ਕੁਛ ਨਹੀਂ ਚਾਹੀਦਾ। ਜਿਹੜੀ ਗੱਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਦਿਲ ਕਦੋਂ ਟੁੱਟਿਆ, ਦਿਲ ਇੰਨੀ ਕੁ ਵਾਰ ਟੁੱਟਿਆ ਕਿ ਹਾਲੇ ਤੱਕ ਵੀ ਜਦੋਂ ਹੁਣ ਤੁਸੀਂ ਕਹਿੰਦੇ ਹੋ ਵੀ ਭਾਵੁਕ ਨਹੀਂ ਹੋਣਾ, ਕਿਉਂਕਿ ਬੰਦਾ ਜਿਹਦੇ ਉੱਤੋਂ ਦੀ ਗੁਜ਼ਰਦੀਆਂ ਤਨ ਜਿਉ ਤਹ ਕੋ ਜਗ ਮੈਂ ਮੁਖ ਤੇ ਹਰ ਚਿਤ ਮਹਿ ਜੁਦ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਭ ਚੜ੍ਹੈ ਪਵ ਸਾਗਰ ਤਾਰੈ। ਤੁਸੀਂ ਫੋਨ ਟੱਚ ਰੱਖਿਆ ਹੋਇਆ, ਫਿਰ ਇਹਨੂੰ ਯੂਜ਼ ਕਿਵੇਂ ਕਰਦੇ ਹੋ? ਇੱਕ ਵਾਰ ਚਲਾ ਕੇ ਦਿਖਾਓਗੇ ਸਾਨੂੰ? ਇਹਦੇ 'ਚ ਕੁਝ ਵੀ ਹੈ, ਇਹ ਸਾਰਾ ਇਹਨੇ ਜਾਣੀ ਕਿ ਬੋਲ ਕੇ ਅਪਡੇਟ ਕਰਨਾ। WhatsApp ਆ ਗਿਆ, ਠੀਕ ਹੈ, ਮੈਸੇਜ ਆ ਗਿਆ, ਕੁਝ ਵੀ ਹੈ, ਠੀਕ ਹੈ, WhatsApp ਆ ਗਿਆ, ਇਹਨੂੰ ਖੋਲ ਲਿਆ, ਠੀਕ ਹੈ, ਅੱਗੇ ਆ ਚੈਟਸ ਆ ਗਈਆਂ, ਠੀਕ ਹੈ, ਜਾਣੀ ਕਿ ਸਾਰਾ ਇਹਨੇ ਅਪਡੇਟ ਕਰਨਾ ਬੋਲ ਕੇ। ਆਸਾ ਦੀ ਵਾਰ ਮੈਂ ਜਿਵੇਂ ਕੀਤੀ ਸੀ, ਮੈਂ ਆਸਾ ਦੀ ਵਾਰ 1.5 ਸਾਲ 'ਚ ਕੰਠ ਕੀਤੀ ਸੀ। ਰਹਿਰਾ ਸਾਹਿਬ ਮੈਂ ਸਾਲ 'ਚ ਕੰਠ ਕੀਤੀ ਸੀ। ਜਾਣੀ ਕਿ ਸ਼ਬਦ ਗੁਰਬਾਣੀ ਜਿਹੜੇ ਅੱਜ ਵੀ ਸ਼ਬਦ ਹੁਣ ਸੁਣਦੇ ਆ, ਮੰਨ ਲਓ ਹੁਣ ਇੰਨਾ ਜਾਣੀ ਕਿ ਐਕਸਪੀਰੀਅੰਸ ਵੱਧ ਗਿਆ, ਜਾਣੀ ਕਿ ਇੰਨਾ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਹੁਣ ਆਪਾਂ ਕੋਈ ਸ਼ਬਦ ਸੁਣ ਲਈਏ ਉਹਨੂੰ ਆਪਾਂ ਪਕੜ ਕਰ ਲੈਂਦੇ ਹਾਂ। ਉਹਨੂੰ ਸੁਰਾਂ ਦੇ ਉੱਪਰ ਪਕੜ ਕੇ, ਉਹ ਗੁਰਬਾਣੀ ਕੰਠ ਹੀ ਹੁੰਦੀ ਹੈ, ਗੁਰਬਾਣੀ ਕੰਠ ਕਰ ਲੈਂਦੇ ਹਾਂ। ਬਾਕੀ ਉਹਨੂੰ ਸੁਣ ਕੇ ਕਿਉਂਕਿ ਪਹਿਲਾਂ ਗਾਣੇ ਸੁਣਦੇ ਰਿਹਾ, ਅਸਲ ਦੇ ਵਿੱਚ ਗਾਣਿਆਂ ਤੋਂ ਪਤਾ ਲੱਗ ਜਾਂਦਾ ਹੈ। ਗੀਤ ਸੰਗੀਤ ਮਾੜਾ ਨਹੀਂ, ਲੋਕ ਕਹਿੰਦੇ ਨੇ ਗਾਣੇ, ਪਰ ਗਾਣੇ ਸੁਣਨ ਦਾ ਚੱਜ ਹੋਵੇ। ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ, ਕਿਉਂਕਿ ਉਹਨੇ ਰਾਜੇ ਤੋਂ ਭੀਖ ਮੰਗਾਈ ਹੈ, ਭਿਖਾਰੀ ਤੋਂ ਰਾਜ ਕਰਾਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਆਖਿਆ ਜਾਂਦਾ ਹੈ ਕਿ ਪਰਮਾਤਮਾ ਜੇ ਕਿਸੇ ਤੋਂ ਕੁਝ ਖੋਹਦਾ ਵੀ ਹੈ ਤਾਂ ਉਸ ਨੂੰ ਜ਼ਿਆਦਾ ਦਿੰਦਾ ਵੀ ਹੈ। ਕੁਝ ਐਸੀ ਹੀ ਮਿਸਾਲ ਸਾਡੇ ਨਾਲ ਬੈਠੀ ਹੈ। ਦੋ ਵੀਰ ਨੇ ਐਸੇ ਜਿਨ੍ਹਾਂ ਨੂੰ ਪਰਮਾਤਮਾ ਨੇ ਰੌਸ਼ਨੀ ਤਾਂ ਅੱਖਾਂ ਦੀ ਨਹੀਂ ਦਿੱਤੀ, ਪਰ ਇੱਕ ਬਹੁਤ ਹੀ ਮਿੱਠੀ ਆਵਾਜ਼ ਦੋਨਾਂ ਭਰਾਵਾਂ ਨੂੰ ਦਿੱਤੀ ਹੈ। ਅੱਖਾਂ ਤੋਂ ਬੇਸ਼ੱਕ ਦੀ ਦਿਖਦਾ ਨਹੀਂ, ਪਰ ਹਾਰਮੋਨੀਅਮ ਬਾਖੂਬੀ ਵਜਾ ਲੈਂਦੇ ਹੈ, ਅਤੇ ਜਿਹੜੀ ਗੁਰਬਾਣੀ ਹੈ ਉਹ ਵੀ ਉਹਨਾਂ ਦੇ ਕੰਠ ਹੈ, ਅਤੇ ਜਿਹੜਾ ਸ਼ਬਦ ਕੀਰਤਨ ਹੈ ਉਹ ਵੀ ਗਾਇਨ ਕਰਦੇ ਹੈ। ਪਰ ਹਿੰਮਤ ਐਸਾ ਅਤੇ ਮਜ਼ਬੂਤ ਦ੍ਰਿੜ ਇਰਾਦਾ ਉਹਨਾਂ ਦਾ ਐਸਾ ਕਿ ਕਦੇ ਵੀ ਉਹਨਾਂ ਦਾ ਹੌਸਲਾ ਟੁੱਟਿਆ ਨਹੀਂ। ਵੀਰ ਦੀ ਗੱਲ ਕਰਾਂ ਇੱਕ ਦੀ, ਤਾਂ ਉਹਨਾਂ ਵਿੱਚੋਂ ਇੱਕ ਵੀਰ BA ਮਿਊਜ਼ਿਕ ਦੀ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਸਵਾਰਨ 'ਤੇ ਲੱਗਿਆ ਹੋਇਆ, ਅਤੇ ਹਰ ਵੇਲੇ ਇਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਜਿਸ ਰੂਪ ਵਿੱਚ ਵੀ ਸਾਨੂੰ, ਜਿਵੇਂ ਵੀ ਸਾਨੂੰ ਭੇਜਿਆ ਤੂੰ, ਅਸੀਂ ਤੇਰੇ ਭਾਣੇ ਨੂੰ ਮੰਨ ਕੇ, ਮਿੱਠਾ ਮੰਨ ਕੇ ਅੱਜ ਵੀ ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਵੀਰ ਨਾਲ ਗੱਲਬਾਤ ਕਰ ਲੈਂਦੇ ਹਾਂ। ਜਾਣਕਾਰੀ ਲਈ ਦੱਸਦਾ, ਅੱਜ ਅਸੀਂ ਪਿੰਡ ਤੋਲਾਵਾਲ, ਜ਼ਿਲ੍ਹਾ ਸੰਗਰੂਰ, ਤਹਿਸੀਲ ਸੁਨਾਮ ਵਿਖੇ ਬੈਠੇ ਹਾਂ। ਵੀਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸੁਰਖਾਬ ਟੀਵੀ 'ਤੇ। ਬਹੁਤ ਬਹੁਤ ਥੈਂਕ ਯੂ ਜੀ ਆਈ ਟੀਮ ਦਾ, ਔਰ ਸੁਰਖਾਬ ਟੀਵੀ ਸਾਰੀ ਟੀਮ ਦਾ ਮੇਰੇ ਵੱਲੋਂ ਔਰ ਮੇਰੀ ਪੂਰੀ ਫੈਮਿਲੀ ਵੱਲੋਂ ਬਹੁਤ ਬਹੁਤ ਥੈਂਕ ਯੂ। ਔਰ ਮੈਂ ਇਹ ਕਹਿਣਾ ਚਾਹੂੰਗਾ ਕਿ ਜੋ ਵੀ ਘਰਾਂ ਦੇ ਵਿੱਚ ਬੈਠੇ ਲੋਕ ਨੇ, ਕਈ ਸੋਚ ਲੈਂਦੇ ਨੇ ਵੀ ਸਾਨੂੰ ਦਿਖਦਾ ਨਹੀਂ, ਜਾਂ ਅਸੀਂ ਕਿਸੇ ਹੋਰ ਰੰਗ ਤੋਂ ਪਾ, ਜਾਂ ਸਾਡੇ ਫੈਮਿਲੀ ਦੇ ਵਿੱਚ ਵੀ ਸੋਚ ਲੈਂਦੇ ਨੇ ਵੀ ਇਹ ਤਾਂ ਵਿਚਾਰਾ ਬਸ ਇੱਦਾਂ ਹੀ ਹੈ, ਚਲੋ 2 ਰੋਟੀਆਂ ਦੇ ਲਓ ਜੀ, ਘਰ 'ਚ ਬੈਠਾ ਰਹੇਗਾ। ਉਹ ਇੱਦਾਂ ਨਾ ਕਰਨ। ਮੇਰੀ ਅਪੀਲ ਆ ਕਿ ਹਰ ਇੱਕ ਦੇ ਵਿੱਚ ਜੇ ਕੋਈ ਘਾਟ ਹੁੰਦੀ ਹੈ ਤਾਂ ਉਸ ਨੂੰ ਪਰਮਾਤਮਾ ਵੱਧ ਕੇ ਦਿੰਦਾ ਹੈ। ਵੀਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੁਸੀਂ। ਮੇਰਾ ਨਾਮ ਭਗਵਾਨ ਸਿੰਘ। ਅਤੇ ਵੀਰ ਜੀ ਤੁਹਾਡਾ? ਲਖਵਿੰਦਰ ਸਿੰਘ ਜੀ। ਅਤੇ ਉਮਰ ਕਿੰਨੀ ਹੈ ਵੀਰ ਜੀ ਤੁਹਾਡੀ? ਮੇਰੀ 30 ਸਾਲ ਏਜ ਹੈ। ਸੋ ਮੈਂ ਬਚਪਨ ਤੋਂ ਜਾਣੀ ਗੁਰਦੁਆਰਾ ਜਨਮ ਸਥਾਨ ਚੀਮਾ ਸਾਹਿਬ, ਇੱਥੋਂ ਗੁਰਵਿਦਿਆਲਈ, ਅਤੇ ਇਹ ਵੀ ਮੇਰੇ ਭਾਈ ਸਾਹਿਬ, ਅਸੀਂ ਇਕੱਠੇ ਹੀ, ਜਾਣੀ ਕਿ ਉੱਥੋਂ ਹੀ ਜਿਹੜਾ ਜਾਗ ਆ ਸਾਨੂੰ ਉਹ ਬਚਪਨ ਤੋਂ ਇੱਥੋਂ ਹੀ ਲੱਗਿਆ। ਅਤੇ ਮੇਰੇ ਕਹਿ ਦੇਵਾਂ ਕਿ ਮੰਮਾ ਹੋਰੀ 2 ਸਿਸਟਰ ਸੀਗੀਆਂ, ਅਤੇ ਵੱਡੇ ਸੀਗੇ ਮੇਰੇ ਤਾਇਆ ਜੀ, ਅਤੇ ਉਹ ਉੱਧਰ ਸੀਗੇ, 2 ਬ੍ਰਦਰ ਉੱਧਰ ਸੀਗੇ, ਉਹ ਵੀ ਬਲਾਈਂਡ ਸੀਗੇ, ਉਹਨਾਂ ਨੂੰ ਵੀ ਨਹੀਂ ਦਿਖਦਾ ਸੀਗਾ, ਅਤੇ 2 ਸਿਸਟਰ ਸੀਗੀਆਂ ਉੱਧਰ, ਉਹ ਨੋਰਮਲ ਸੀਗੀਆਂ।
ਤੇ 3 ਮੇਰੇ ਸਿਸਟਰ ਇੱਧਰ ਸੀ ਤੇ 3 ਭਰਾ ਸੀਗੇ। ਵੱਡੇ ਬ੍ਰਦਰ ਮੇਰੇ, ਉਹਨਾਂ ਦੀ ਡੈਥ ਹੋ ਚੁੱਕੀ ਆ 2019 ਚ। ਤੇ ਉੱਥੇ ਜਾਣੀ ਕਿ ਉਹ ਜਿਹੜੇ ਵੱਡੇ ਬ੍ਰਦਰ ਨੇ, ਮਾਸੀ ਦੇ ਬੇਟੇ, ਉਹ ਹੁਣ ਜੌਬ ਕਰ ਰਹੇ ਨੇ ਹਰਬੰਸ ਸਿੰਘ ਸੰਗਰੂਰ PWD ਮਹਿਕਮੇ ਦੇ ਵਿੱਚ। ਤੇ ਮੈਂ ਸਟੱਡੀ ਕਰ ਰਿਹਾ ਲੁਧਿਆਣੇ ਭਾਰਤ ਨੇਤਰਹੀਣ ਸੇਵਕ ਸਮਾਜ ਗਿੱਲ ਚੌਂਕ ਦਸ਼ਮੇਸ਼ ਨਗਰ। ਤੇ ਵੀਰ ਜੀ ਮੈਂ ਸਵਾਲ ਕਰਾਂ ਕਿ ਜੇ ਮੈਂ ਗੁਰਬਾਣੀ ਦੇ ਨਾਲ ਪ੍ਰੇਮ ਇੰਨਾ ਕਿਵੇਂ ਪੈ ਗਿਆ? ਜਨਮ ਤੋਂ ਸੀ ਜਾਂ ਜਨਮ ਦੇ ਵਿੱਚ ਕੋਈ ਐਸੀ ਘਟਨਾ ਵਾਪਰੀ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜ ਗਏ? ਮੇਰੀ ਜਿਹੜੀ ਫੈਮਿਲੀ ਸੀ, ਮੇਰੀ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਸੀਗੇ, ਉਹ ਵੀ ਗੁਰਸਿੱਖ ਫੈਮਿਲੀ ਦੇ ਵਿੱਚੋਂ ਹੀ ਰਿਲੇਟਿਵ ਸੀਗੇ, ਉਹਨਾਂ ਦਾ ਵੀ ਅੰਮ੍ਰਿਤ ਛਕਿਆ ਹੋਇਆ ਸੀਗਾ। ਜਾਣੀ ਕਿ ਸਾਡੀ ਫੈਮਿਲੀ ਹੀ ਗੁਰਸਿੱਖ ਫੈਮਿਲੀ ਨੂੰ ਲਓ ਕਰਦੇ ਹਾਂ ਅਸੀਂ, ਠੀਕ ਹੈ। ਤਾਂ ਕਰਕੇ ਜਾਣੀ ਕਿ ਜੋ ਤੁਹਾਨੂੰ ਪਤਾ ਵੀ ਜੋ ਫੈਮਿਲੀ ਦੇ ਵਿੱਚ ਸੀਗਾ, ਫਿਰ ਉਹ ਸਾਡੇ ਤੇ ਕਿੰਨੇ ਭੈਣ ਭਰਾ ਸੀ ਵੀਰ ਜੀ ਤੁਸੀਂ? ਅਸੀਂ 6 ਭੈਣ ਭਰਾ ਸੀਗੇ, 3 ਭਰਾ ਸੀ, 3 ਸਿਸਟਰ ਸੀਗੇ। ਤੇ ਜਿਨ੍ਹਾਂ ਦੇ ਵਿੱਚ ਮੈਂ ਦੱਸ ਚੁੱਕਿਆ ਵੀ ਇੱਕ ਦੀ ਡੈਥ ਹੋ ਚੁੱਕੀ ਹੈ ਤੇ 2 ਭਰਾ ਸੀ ਬੈਠੇ ਆ ਤੇ 2 ਸਿਸਟਰ ਆਪਣੇ ਘਰ ਨੇ ਤੇ ਇੱਕ ਸਿਸਟਰ ਮੇਰੇ ਕੋਲ ਰਹਿੰਦੇ ਆ ਤੇ ਉਹਨਾਂ ਦੇ ਹਸਬੈਂਡ ਵੀ 2019 ਦੇ ਵਿੱਚ ਡੈਥ ਹੋ ਗਈ ਉਹਨਾਂ ਦੀ। ਤੇ ਉਹਨਾਂ ਦਾ ਵੱਡਾ ਬੇਟਾ ਫੌਜੀ ਹੋ ਗਿਆ ਤੇ ਛੋਟਾ ਨਾਲ ਆ ਇਹਨਾਂ ਕੋਲ ਸਾਡੇ। ਤੇ ਆ ਜਿਹੜਾ ਵੇਖ ਰਹੇ ਹੋ ਤੁਸੀਂ ਮਕਾਨ ਬਣਿਆ, ਇਹ ਮੇਰੇ ਭਾਂਜੇ ਦੀ ਉਹਨਾਂ ਦੀ ਬਦੌਲਤ ਆ, ਉਹਨੇ ਹੀ ਸਭ ਕੁਝ ਕੀਤਾ ਆ, ਠੀਕ ਹੈ। ਤੇ ਅੱਜ ਉਹ ਫੌਜ ਦੇ ਵਿੱਚ ਤੇ ਆਪਣੀ ਸਭ ਦੀ ਸੇਵਾ ਨਿਭਾ ਰਹੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਉਹਨਾਂ 'ਤੇ ਵੀ ਬੜੀ ਆ। ਤੇ ਜਿਹੜੀ ਅੱਜ ਫੌਜ ਦੀ ਨੌਕਰੀ ਮਿਲੀ ਆ ਤੇ ਐਡੀ ਵੱਡੀ ਸੇਵਾ ਮਿਲੀ ਆ, ਉੱਤਮ ਸੇਵਾ ਮੈਂ ਤਾਂ ਇਸ ਚੀਜ਼ ਨੂੰ ਉੱਤਮ ਸੇਵਾ ਸਮਝਦਾ ਕਿ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਇੱਕ ਪੂਰੇ ਸਮਾਜ ਦੀ, ਇੱਕ ਪੂਰੇ ਇੰਡੀਆ ਦੀ ਕਹਿ ਲਓ, ਪੂਰੇ ਭਾਰਤ ਦੀ ਸੇਵਾ ਕਰ ਰਹੇ ਆ। ਤੇ ਵੀਰ ਜੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਤੁਸੀਂ ਜਦੋਂ ਇਹ ਸ਼ਬਦ ਕੀਰਤਨ ਕਰਦੇ ਸੀ ਤਾਂ ਲੋਕਾਂ ਵੱਲੋਂ ਸਰਾਹਿਆ ਜਾਂਦਾ ਸੀ? ਸਰਾਹਿਆ ਤਾਂ ਬਹੁਤ ਜਾਂਦਾ ਸੀਗਾ ਜੀ। ਦੇਖੋ ਅਸੀਂ ਚੀਮਾ ਸਾਹਿਬ ਵੀ ਜਦੋਂ ਕੀਰਤਨ ਕਰਦੇ ਹੁੰਦੇ ਹਾਂ, ਅੱਜ ਵੀ ਮੈਂ ਜਦੋਂ ਕਿਤੇ ਸ਼ਬਦ ਗਾਉਂਦਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਹਰੇਕ ਪਸੰਦ ਕਰਦਾ ਹੈ। ਔਰ ਵੀ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਯਾਰ ਤੁਸੀਂ ਇਸ ਚੀਜ਼ ਨੂੰ ਜਾਣੀ ਕਿ ਲਾਇਕ ਕਰ ਲਓ ਜਾਂ ਕੋਈ ਕਿ ਜਿਵੇਂ ਹੁਣ ਬਾਬਾ ਜੀਆਂ ਕੋਲੇ ਰਿਹਾ, ਮੈਂ ਇਹ ਗੱਲ ਕਹੂੰਗਾ, ਚਲੋ ਮੈਂ ਚੀਮਾ ਸਾਹਿਬ ਸਿੱਖਿਆਗਾ ਤੇ ਸਾਡੇ ਜਿਹੜੇ ਬਾਬਾ ਜੀ ਸੀਗੇ ਉਹ ਮੈਨੂੰ ਬਾਹਰ ਕੀਰਤਨ ਲੈ ਵੀ ਜਾਂਦੇ। ਮੈਂ ਕਈ ਵਾਰ ਸੋਚਦਾ ਸੀਗਾ ਵੀ ਬਾਬਾ ਜੀ ਤੁਸੀਂ ਕਿਤੇ ਜੇ ਹੋ ਸਕਦਾ ਕਿਤੇ ਆਪਾਂ ਨੂੰ ਕਿਸੇ ਸਟੇਜ 'ਤੇ, ਪਰ ਨਹੀਂ ਵੀ ਜਾਣੀ ਕਿ ਉਹਨਾਂ ਨੇ ਵੀ, ਕਿਉਂਕਿ ਅੱਡੋ ਅੱਡੀ ਆਪੋ ਆਪਣਾ ਜਾਣੀ ਕਿ ਕੈਰੀਅਰ ਹੁੰਦਾ ਬੰਦੇ ਦਾ, ਆਪੋ ਆਪਣਾ ਅੰਦਾਜ਼। ਤੁਸੀਂ ਕਿਤੇ ਨਾ ਕਿਤੇ ਇਹ ਵੀ ਹੋਇਆ ਕਿ ਵਿਤਕਰਾ ਸਮਝਿਆ ਜਾਂਦਾ ਸੀ? ਬਹੁਤ ਥਾਵੇਂ ਦੇਖਿਆ ਜੀ ਮੈਂ। ਉਨ ਤਾਈਆਂ ਦਾ ਮਾਰਾ ਨਾ ਜਾਣੀ ਕਿ ਅਸਲ ਤਾਂ ਜੇ ਅਸਲੀ ਗੱਲ ਪੁੱਛਦੇ ਹੋ, ਇਹ ਕੰਮ ਮੈਂ ਲੈਣ 'ਚ ਪੈ ਗਿਆ ਸੀ। ਕੀਰਤਨ ਮੈਂ ਸਿੱਖਿਆ ਜ਼ਰੂਰ ਹੈ, ਪਰ ਖਿਮਾ ਕਰਨਾ ਮੈਂ ਕੰਮ ਕਰਕੇ ਵੈਸੇ ਮੇਰੇ ਮਨ ਦੇ ਵਿੱਚ, ਕਿਉਂਕਿ ਇਹਦੇ ਵਿੱਚ ਨਾ ਥੋੜ੍ਹੀਆਂ ਜਿਹੀਆਂ ਕਈ ਗੱਲਾਂ ਹੁੰਦੀਆਂ ਨੇ ਵੀ ਜਦੋਂ ਆਪਾਂ ਕੀਰਤਨ ਕਰਦੇ ਆ, ਮੇਰੇ ਨਾਲ ਐਸੀਆਂ ਘਟਨਾਵਾਂ ਵੀ ਵਾਪਰੀਆਂ ਨੇ ਜਿੱਥੇ 500 ਬਣਿਆ ਉੱਥੇ ਮੈਨੂੰ 250 ਵੀ ਦੱਸਦੇ ਰਹੇ ਨੇ ਨਾਲ ਦੇ। ਕਿਉਂਕਿ ਆਪਾਂ ਨੂੰ ਪਤਾ, ਦੇਖੋ ਜਿਹੜੀ ਆਪਾਂ ਨੇ ਹੁਣ ਮੰਨ ਲਓ ਤੁਸੀਂ ਮੇਰੇ ਨਾਲ ਹੋ ਨਾ, ਤੁਸੀਂ ਮੇਰੀ ਕੇਅਰ ਕਰ ਰਹੇ ਹੋ ਹੈ ਨਾ, ਜੇ ਮੈਂ ਤੁਹਾਡੇ ਤੇ ਸ਼ੱਕ ਕਰੂੰਗਾ, ਹੁਣ ਉਹ ਮੁੰਡਾ ਮੇਰੇ ਨਾਲ ਰਹਿੰਦਾ ਜਿਹਨੂੰ ਆਪਾਂ ਨੇ ਉਰੋਂ ਉਠਾਇਆ, ਇਹ ਵਿਚਾਰਾ ਜਾਣੀ ਕਿ ਜਦੋਂ ਮੇਰਾ ਹੁਣ ਆਪਰੇਸ਼ਨ ਹੋਇਆ ਸੀ ਉਦੋਂ ਵੀ ਇਹ ਮੇਰੇ ਨਾਲ ਇਹਨੇ ਬੰਦੇ ਨੇ ਸਿਰ ਚੜ੍ਹ ਕੇ ਸਹਿਯੋਗ ਦਿੱਤਾ, ਦਵਾਈਆਂ ਤੱਕ, ਹੋਰ ਕੀ, ਮੈਨੂੰ ਬੜੀ ਦੂਰ ਤੱਕ ਲੈ ਕੇ ਗਿਆ ਇਹ ਬੰਦਾ, ਠੀਕ ਹੈ। ਇਹਦਾ ਨਾਮ ਚਮਕੌਰ ਸਿੰਘ ਹੈ। ਬਾਕੀ ਸਿਰੇ ਜਦੋਂ ਵੀ ਹੁਣ ਜੇ ਆਪਾਂ ਗੱਲ ਕਰੀਏ ਵੀ ਉੱਥੇ ਵਿਸ਼ਵਾਸ ਹੁੰਦਾ ਤੁਸੀਂ ਮੇਰੇ ਨਾਲ ਹੋ, ਮੇਰਾ ਹਾਰਮੋਨੀਅਮ ਵੀ ਤੁਸੀਂ ਸੰਭਾਲਣਾ, ਮੇਰਾ ਜਾਣੀ ਕਿ ਸਾਰੇ ਸਾਜ਼ ਤੁਸੀਂ ਚੱਕਣੇ ਨੇ। ਹੁਣ ਤੁਹਾਨੂੰ ਹਾਰਮੋਨੀਅਮ 'ਤੇ 1000 ਬਣਿਆ, ਮੈਨੂੰ ਕੀ ਪਤਾ, ਤੁਸੀਂ ਮੈਨੂੰ 500 ਦੱਸ ਦਿਓ। ਔਰ ਜੇ ਮੈਂ ਤੁਹਾਡੇ 'ਤੇ ਬੇਤਵਾਰੀ ਕਰੂੰਗਾ ਫਿਰ ਮੈਨੂੰ ਵੀ, ਮੈਂ ਸੋਚਦਾ ਵੀ ਨਾਲੇ ਤਾਂ ਕੇਅਰ ਕਰਦੇ ਨਾਲੇ ਉਹ ਕਰਕੇ, ਪਰ ਜੇ ਮੈਨੂੰ ਪਤਾ ਲੱਗ ਜੂ ਮੈਂ ਪੁੱਛਣਾ ਵੀ ਚਾਹੂੰਗਾ, ਤੁਹਾਨੂੰ ਨਹੀਂ ਦੱਸੋਗੇ, ਚਲੋ ਉਹਦਾ ਪਰਮਾਤਮਾ। ਇੱਦਾਂ ਦੀਆਂ ਘਟਨਾਵਾਂ ਵੀ ਮੇਰੇ ਨਾਲ ਬਹੁਤ ਹੋਈਆਂ ਨੇ। ਜਦੋਂ ਵੀਰ ਜੀ ਇਹ ਵਿਤਕਰਾ ਹੋਇਆ ਤਾਂ ਉਦੋਂ ਦਿਲ ਟੁੱਟਿਆ? ਬਹੁਤ ਟੁੱਟਦਾ ਜੀ, ਬਹੁਤ ਟੁੱਟਦਾ। ਅਤੇ ਹੌਲੀ ਹੌਲੀ ਚਲੋ ਜੀ ਜਿੰਨਾ ਕੁ ਵੀ ਆਪਾਂ ਕੀਤਾ ਕੀਰਤਨ ਕਰਦੇ, ਜੇ ਕੋਈ ਮੈਨੂੰ ਪੈਸਾ ਦੇ ਦਿੰਦਾ ਤਾਂ ਮੈਂ ਲੈ ਲੈਂਦਾ। ਅੱਜ ਤੱਕ ਮੇਰਾ ਹੁਣ ਵੀ ਇਹੀ ਅਪੀਲ ਹੈ ਵੀ ਕਈ ਵਾਰ ਕਿਤੇ ਨਹੀਂ ਵੀ ਕੁਛ ਕਰਦਾ, ਮੈਂ ਫ੍ਰੀ ਕਰਕੇ ਆਇਆ ਜੀ, ਠੀਕ ਹੈ। ਸਾਜੀਆਂ ਨੂੰ ਆਪਣੇ ਪੱਲਿਓਂ ਦੇ, ਕਿਉਂਕਿ ਗੁਰੂ ਨਾਨਕ ਦੀ ਕਿਰਪਾ ਹੈ, ਨਾਨਕ ਤੇ ਹੈ ਹੀ ਯਾਰ ਗਰੀਬਾਂ ਦਾ, ਠੀਕ ਹੈ। ਸੁਣ ਯਾਰ ਹਮਾਰੇ ਸੱਜਣਾ, ਇੱਕ ਕਰੋ ਬੇਨਤੀ ਆ, ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰੋ, ਅਕਾਲ ਪੁਰਖ ਜ਼ਰੂਰ ਸੁਣ, ਪਰ ਉਹਨੇ ਲਾਈ ਹੈ ਗਰੀਬਾਂ ਨਾਲ, ਠੀਕ ਹੈ। ਮਲਕ ਭਾਗੂ ਦੀਆਂ ਰੋਟੀਆਂ ਅਤੇ ਭਾਈ ਲਾਲੋ ਦਾ ਦੁੱਧ, ਠੀਕ ਹੈ। ਇਸ ਕਰਕੇ ਵੀ ਸ਼ੁਰੂ ਤੋਂ ਹੀ ਪਰਮਾਤਮਾ ਦੀ ਕਿਰਪਾ ਨਾਲ ਦਇਆ ਵਸੀ ਹੋਈ ਹੈ। ਆਪਾਂ ਕਦੇ ਸੋਚਿਆ ਨਹੀਂ, ਹਾਂ ਕੀਰਤਨ ਕਰਨਾ ਹੈ, ਜਿੱਥੇ ਵੀ ਕਰਨਾ ਹੈ ਹੱਸ ਕੇ ਕਰਨਾ ਹੈ, ਠੀਕ ਹੈ। ਕਦੇ ਐਸਾ ਮੂਡ ਨਹੀਂ ਹੋਇਆ ਵੀ ਕਿਤੇ ਕਿਸੇ ਨੂੰ ਜਵਾਬ ਦਿੱਤਾ ਹੋਵੇ। ਕੰਮ ਵੀ ਕੀਤਾ, ਜਦੋਂ ਕਿਤੇ ਮੈਨੂੰ ਕਹਿ ਵੀ ਦਿੰਦੇ ਤੇ ਯਾਰ ਜੇ ਲੱਖੀ ਕੰਮ ਕਰਦਾ ਹੈ, ਮੇਰਾ ਜਾਣੀ ਕਿ ਆਮ ਲੱਖੀ ਕਿਹਾ ਜਾਂਦਾ ਹੈ, ਬਾਬਾ ਲੱਖੀ ਵੀ ਕਹਿੰਦੇ ਨੇ, ਸ਼ੁਭ ਨਾਮ ਲਖਵਿੰਦਰ ਸਿੰਘ ਹੈ, ਕਿਉਂਕਿ ਹਰ ਇੱਕ ਵਿਅਕਤੀ ਦੇ ਅੱਜ ਕੱਲ੍ਹ 2 ਨਾਮ ਹੀ ਹੁੰਦੇ ਨੇ, ਠੀਕ ਹੈ। ਵੀਰ ਜੀ ਮੈਂ ਗੱਲ ਕਰਾਂ ਕਿ ਜਦੋਂ ਤੁਸੀਂ BA ਦੀ ਐਡਮਿਸ਼ਨ ਕਰੀ ਜਾਂ ਇੰਨੇ ਪੜ੍ਹੇ ਲਿਖੇ
ਤੁਸੀਂ ਹੋਏ ਤਾਂ ਲੋਕਾਂ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਪੜ੍ਹ ਕੇ ਕੀ ਕਰਨਾ ਹੈ? ਨਹੀਂ ਸਰ, ਜਿਵੇਂ ਲੁਧਿਆਣਾ ਏਰੀਆ ਜਿਹੜਾ ਉਧਰ ਆਪਣੇ ਪਿੰਡਾਂ ਵਿੱਚ ਖਾਸ ਕਰਕੇ ਇਹ ਗੱਲ ਕਹੀ ਜਾਂਦੀ ਹੈ। ਹਾਂ, ਜਾਣੀ ਕਿ ਪਿੰਡਾਂ ਦੇ ਵਿੱਚ ਜਾਣੀ ਕਿ ਕਈ ਲੋਕ ਤਾਂ ਕਹਿੰਦੇ ਆ ਤੂੰ ਪੜ੍ਹਦਾ ਯਾਰ, ਅੱਛਾ ਤੂੰ ਕਿਵੇਂ ਪੜ੍ਹਦਾ, ਤੂੰ ਕਿਵੇਂ ਪੜ੍ਹ ਲੈਣਾ। ਹੁਣ ਆਹ ਫੋਨ ਹੈ, ਠੀਕ ਹੈ, ਆਹ ਫੋਨ ਤੁਹਾਡੇ ਸਾਹਮਣੇ ਆ, ਹੈ ਨਾ, ਵੀ ਇਹ ਫੋਨ ਆ, ਮੈਂ ਇਹਦੀ ਸਕਰੀਨ ਵੀ ਡੈਮੇਜ ਕੀਤੀ ਹੋਈ ਆ। ਕਈ ਲੋਕ ਕਹਿੰਦੇ ਯਾਰ ਨਹੀਂ ਯਾਰ ਇਹ ਝੂਠ ਬੋਲਦਾ, ਇਹਨੂੰ ਦਿਖਦਾ ਯਾਰ। ਫਿਰ ਇਹਦੇ ਵਿੱਚ ਇਹ ਹੁੰਦਾ, ਹੁਣ ਜਿਵੇਂ 1 ਮਿੰਟ ਵਾਸਤੇ ਸਿਰਫ ਮੈਂ ਸਮਾਪਤ ਕਰ ਦੇਣੀ ਹੈ। ਔਰ ਵੀ ਮੰਨ ਲਓ ਮੈਂ ਗੋਬਿੰਦ ਸਿੰਘ ਕੋਲੇ ਵੀ ਚਲਾ ਗਿਆ, ਵੀ ਮੇਰੇ ਗੁਰਬਾਣੀ ਸ਼ਬਦ ਕੰਠ ਹੈ, ਤੇ 2000 ਮੇਰੇ ਖਿਆਲ 17 ਪਤਾ ਨਹੀਂ 18 ਮੇਰੇ ਦਿਮਾਗ 'ਚ ਨਹੀਂ ਹੈਗਾ, ਮੇਰੇ ਨਾਲ ਸਾਡੇ ਉਰੇ ਦੇ ਨੰਬਰਦਾਰ ਭਾਈ ਨਛੱਤਰ ਸਿੰਘ ਹੈਗੇ ਸੀਗੇ, ਉਹਨਾਂ ਨੇ ਮੈਥੋਂ ਪੜ੍ਹਾਈ। ਮੈਂ ਕਿਹਾ ਜੀ ਦੇਖੋ ਮੈਂ ਤਾਂ ਕੀਰਤਨ ਗੁਰਬਾਣੀ ਸਿੱਖੀ ਆ ਮਨ ਲਾ ਕੇ। ਮੈਨੂੰ ਇਸ ਗੱਲ ਬਾਰੇ ਜਦੋਂ ਉਦੋਂ ਪਤਾ ਵੀ ਨਹੀਂ ਸੀਗਾ 97 98 ਦੇ ਵਿੱਚ ਕਿਹਦੇ ਬਾਰੇ ਗੱਲ ਕਰ ਰਹੇ ਹੋ ਤੁਸੀਂ? ਵੀ ਪਰ ਗੋਬਿੰਦ ਸਿੰਘ ਲੌਂਗੋਵਾਲ, ਉਹਦੇ ਕੋਲ ਮੈਂ ਗਿਆ। ਮੈਂ ਕਿਹਾ ਵੀ ਪੜ੍ਹਾਈ ਤਾਂ ਮੈਂ ਕੀਤੀ ਨਹੀਂ। ਉਹਨੇ ਮੈਨੂੰ ਰਸੀਦ ਬਣਾ ਕੇ ਦੇਤੀ, ਕਿਉਂਕਿ ਮੈਨੂੰ ਐ ਸੀਗੀ ਵੀ ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਤੇ ਡਿਊਟੀ ਕਰਾਂ। ਉਸ ਤਰ੍ਹਾਂ ਉਹ ਜਿਵੇਂ ਕਿ ਉਹਨੇ ਵੀ ਮੇਰਾ ਮਨ ਹੀ ਤੋੜਿਆ। ਮੈਂ ਆਖਿਆ ਵੀ ਜੇ ਮੈਂ ਪੜ੍ਹਾਈ ਕੀਤੀ ਹੁੰਦੀ ਹੋ ਸਕਦਾ ਮੈਂ ਤੇਰੇ ਕੋਲੇ ਨਾ ਹੀ ਆਉਂਦਾ, ਮੈਂ ਆਪਣਾ ਕੰਮ ਆਪ ਹੀ। ਉਹਨਾਂ ਦਾ ਜਵਾਬ ਕੀ ਸੀ ਜਦੋਂ ਕਹਿੰਦੇ ਜੀ ਪੜ੍ਹਾਈ ਜ਼ਰੂਰੀ ਹੈ। ਮੈਂ ਕਿਹਾ ਵੀ ਮੈਂ ਕਿਹੜਾ ਡੀਸੀ ਦੀ ਡਿਊਟੀ ਕਰਨੀ ਹੈ, ਦੇਖੋ ਖਿਮਾ ਕਰਨਾ। ਔਰ ਨੰਬਰ 2 ਵੀ ਮੈਂ ਤਾਂ ਗਾਇਨ ਕਰਨਾ। ਤੁਸੀਂ ਗਾਇਨ ਸੁਣੋ, ਜਿੱਦਾਂ ਦਾ ਮੈਂ ਦਰਬਾਰ ਦੀਆਂ ਚੀਜ਼ਾਂ ਕਰੀਆਂ ਨੇ, ਠੀਕ ਹੈ, ਕਿਉਂਕਿ ਅੱਜ ਵੀ ਮਾफ़ ਕਰਨਾ ਹਰਿਮੰਦਰ ਸਾਹਿਬ ਦੇ ਵਿੱਚ ਐਸੇ ਹੋਣਗੇ ਵੀਰ ਜੀ ਜਿਹੜੇ ਸਪਾਰਸੀ ਰਾਗੀ ਜਿਨ੍ਹਾਂ ਨੂੰ ਸੁਰ ਤੇ ਸੁਰ ਦਾ ਤਾਂ ਕੀ ਕਿਸੇ ਤਾਲ ਦਾ ਵੀ ਪਤਾ ਨਹੀਂ ਹੋਊਗਾ। ਜੇ ਤੁਸੀਂ ਉਹਨਾਂ ਨੂੰ ਰੈਗੂਲਰ ਸੁਣੋ ਨਾ, ਮੈਂ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਇਹਨਾਂ ਦਾ ਕੀਰਤਨ ਸੁਣਿਆ, ਤੇ ਕਈ ਰਾਗੀ ਮੈਂ ਐਸੇ ਦੇਖੇ ਨੇ ਪੰਗਤੀਆਂ ਨੂੰ ਅਦਲਾ ਬਦਲਾ ਜੀ ਕਰਕੇ ਮੈਂ ਕਹਿੰਦਾ ਵੀ ਸੰਗਤ ਸੁਣਦੀ ਹੈ। ਮੈਂ ਸੋਚਦਾ ਹੁੰਨਾ ਵੀ ਯਾਰ ਕਮਾਲ, ਕਿਉਂਕਿ ਇਦਾਂ ਦੀਆਂ ਗੱਲਾਂ ਤੋਂ ਮਨ ਵੀ ਟੁੱਟਦਾ ਹੈ, ਕੀਤਾ ਕੀ ਜਾਵੇ। ਚਲੋ ਬਾਕੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ। ਤੇ ਵੀਰ ਜੀ ਤੁਸੀਂ ਫੋਨ ਦੀ ਗੱਲ ਕਰ ਰਹੇ ਸੀ ਕਿ ਤੁਸੀਂ ਫੋਨ ਡੈਮੇਜ ਕੀਤਾ ਹੋਇਆ। ਕਈ ਲੋਕ ਕਹਿੰਦੇ ਆ ਕਿ ਤੁਹਾਨੂੰ ਦਿਖਦਾ ਤੁਸੀਂ ਜਾਣ ਕੇ ਹੀ ਗੱਲਾਂ ਕਰਦੇ ਹੋ। ਹਾਂ, ਕਈ ਵਾਰ ਹੋ ਜਾਂਦਾ, ਜਾਣੀ ਕਿ ਇੱਕ ਹੌਟ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਲੋਕ, ਹੈ ਨਾ, ਆਪਾਂ ਉਹ ਸਮਝ ਲਈਦਾ ਵੀ ਚਲੋ ਆਪਾਂ ਆਪਣੀ ਮੱਤ ਹੁੰਦੀ ਆ, ਹੈ ਨਾ। ਤੁਸੀਂ ਫੋਨ ਟੱਚ ਰੱਖਿਆ ਹੋਇਆ, ਫਿਰ ਇਹਨੂੰ ਯੂਜ਼ ਕਿਵੇਂ ਕਰਦੇ ਹੋ? ਇੱਕ ਵਾਰ ਚਲਾ ਕੇ ਦਿਖਾਓਗੇ ਸਾਨੂੰ? ਜਿਵੇਂ ਹੁੰਦਾ ਨਾ, ਉੱਪਰ ਨੂੰ ਕਰ ਲਓ ਥੋੜਾ ਫੋਨ, ਇੱਥੇ ਕਰ ਲਓ। ਮੈਂ ਕਰ ਰਿਹਾ, ਬਟ ਜਿਵੇਂ ਉਹਨੇ ਫੋਨ ਹੈ, ਠੀਕ ਹੈ, ਇੱਧਰ ਨੂੰ ਕਰ ਲਓ ਇੱਕ ਵਾਰ। ਹਾਂ ਠੀਕ ਹੈ, ਇਹਦੇ 'ਚ ਕੁਝ ਵੀ ਹੈ, ਇਹ ਸਾਰਾ ਇਹਨੇ ਜਾਣੀ ਕਿ ਬੋਲ ਕੇ ਅਪਡੇਟ ਕਰਨਾ। WhatsApp ਆ ਗਿਆ, ਠੀਕ ਹੈ, ਮੈਸੇਜ ਆ ਗਿਆ, ਕੁਝ ਵੀ ਹੈ, ਠੀਕ ਹੈ, WhatsApp ਆ ਗਿਆ, ਇਹਨੂੰ ਖੋਲ ਲਿਆ, ਠੀਕ ਹੈ, ਅੱਗੇ ਆ ਚੈਟਸ ਆ ਗਈਆਂ, ਠੀਕ ਹੈ, ਜਾਣੀ ਕਿ ਸਾਰਾ ਇਹਨੇ ਅਪਡੇਟ ਕਰਨਾ ਬੋਲ ਕੇ। ਤੇ ਜਦੋਂ ਚੈਟ ਕਰਨੀ ਹੁੰਦੀ ਹੈ ਉਦੋਂ ਤਾਂ ਸਪੈਸ਼ਲ ਅੱਖਰਾਂ ਦੀ ਨੌਲੇਜ ਹੋਣੀ ਚਾਹੀਦੀ ਹੈ, ਕਿੱਥੇ ਕਿਹੜਾ ਅੱਖਰ ਹੈ, ਕਿੱਥੇ ਕਿਹੜਾ ਅੱਖਰ ਹੈ। ਬਿਲਕੁਲ ਉਹਦੇ 'ਚ ਉਹੀ ਚੀਜ਼ ਆ ਗਈ ਨਾ, ਮੈਂ ਤੁਹਾਨੂੰ ਕਹਿ ਰਿਹਾ ਸੀ, ਮੰਨ ਲਓ ਆ ਗਿਆ, ਠੀਕ ਹੈ, ਇੱਥੇ ਚੈਟ ਕਰ ਰਿਹਾ ਮੈਂ। ਇਹ ਕਿਹਦੀ ਚੈਟ ਹੁਣ? ਬੂਰਾ ਨਾਮ ਦਾ ਇੱਕ ਮੁੰਡਾ ਹੈਗਾ ਇੱਥੇ, ਤੇ ਜਿਵੇਂ ਹੁਣ ਟੈਪਿੰਗ ਆ ਗਈ, ਠੀਕ ਹੈ, ਇੱਥੇ ਹੁਣ ਆਊਗਾ ਆ ਜੀ, ਕੀ ਹਾਲ ਆ ਮੁੰਡਿਆ ਤੇਰਾ, ਆ ਦੇਖੋ ਡਨ ਸੈਂਡ ਗਿਆ, ਠੀਕ ਹੈ। ਅੱਛਾ, ਤੇ ਵੀਰ ਜੇ ਕੋਈ ਨੰਬਰ ਕੱਢ ਕੇ ਲਾਉਣਾ ਹੋਵੇ, ਤੁਸੀਂ ਵੀ ਇਹ ਕੱਢ ਕੇ ਹੁਣ ਮੈਂ ਨੰਬਰ ਡਾਇਲ ਕਰਨਾ, ਤੇ ਫਿਰ ਕਿਵੇਂ ਕਰਦੇ ਹੋ ਫੋਨ ਤੇ? ਹੁਣ ਤੇ ਉਹ ਤਾਂ ਟਾਈਪਿੰਗ 'ਚ ਹੋ ਜਾਂਦਾ, ਟਾਈਪਿੰਗ ਵੀ ਕਰ ਲਈਦਾ। ਬਾਕੀ ਗੂਗਲ ਅੱਜ ਦਾ ਗੂਗਲ ਦਾ ਜ਼ਮਾਨਾ ਹੈ, ਹੁਣ ਕਹਦੀ ਓਕੇ ਗੂਗਲ ਕਾਲ ਲਖਵਿੰਦਰ, ਠੀਕ ਹੈ, ਕਿਉਂਕਿ ਹੁਣ ਤੁਹਾਨੂੰ ਪਤਾ ਵੀ ਇਹ ਵੀਰ ਤਜਰਬਾ ਬਹੁਤ ਵਧੀਆ ਤੁਹਾਡਾ। ਇਹ ਸਿੱਖਿਆ ਕਿਵੇਂ? ਗੂਗਲ ਦਾ ਜੋ ਟਰਾਂਸਲੇਟ ਕਰਦੀ ਹੈ ਗੂਗਲ, ਤੁਹਾਨੂੰ ਉਹ ਆਪਸ਼ਨਸ ਕਿਵੇਂ ਕੱਢੀਆਂ? ਤੁਸੀਂ ਕਿਸੇ ਤੋਂ ਕਢਵਾਈਆਂ ਹੋ? ਜਿਵੇਂ ਸਾਡੇ ਹੁਣ ਮੈਂ ਕੰਪਿਊਟਰ ਵੀ ਕਰਦਾ, ਜਾਂ ਸਾਡੇ ਸਕੂਲ ਨੇ ਉਹਦੇ ਵਿੱਚ ਹਰ ਇੱਕ ਚੀਜ਼ ਦੀ ਨੌਲੇਜ ਦਿੱਤੀ ਜਾਂਦੀ ਹੈ। ਹੁਣ ਵੀ ਮੈਂ ਪੜ੍ਹਿਆ, ਸਾਡੀ ਜਿਹੜੀ ਭਾਸ਼ਾ ਹੁੰਦੀ ਆ ਉਹਨੂੰ ਬ੍ਰੇਲ ਲਿਪੀ ਕਿਹਾ ਜਾਂਦਾ ਹੈ। ਉਹਨੂੰ ਬ੍ਰੇਲ ਲਿਪੀ ਕਿਹਾ ਜਾਂਦਾ ਸੀ। ਜਿਵੇਂ ਤੁਸੀਂ ਵੇਖ ਕੇ ਪੜ੍ਹਦੇ ਹੋ, ਜਿਵੇਂ ਹੁਣ ਤੁਸੀਂ ਕਿਹਾ ਵੀ ਕਿੱਦਾਂ ਟਾਈਪਿੰਗ ਕਰਦੇ ਹੋ, ਉਹਦੇ 'ਚ ਬਰੀਕ ਬਰੀਕ ਡਾਟ ਹੁੰਦੇ ਆ, ਠੀਕ ਹੈ, ਉਹਦੇ 'ਚ ਜਾਣੀ ਕਿ ਇੱਦਾਂ ਉਹਨੂੰ ਮਹਿਸੂਸ ਕਰਕੇ ਪੜ੍ਹਨਾ ਆਪਾਂ, ਇੱਦਾਂ ਦਾ ਵੇਖ ਕੇ, ਹੈ ਨਾ। ਉਹਦੇ ਕਰਕੇ ਬਾਕੀ ਜਿਹੜਾ ਹੁਣ ਪੇਪਰ ਹੋਣੇ ਆ ਹੁਣ ਜਾਂ ਕੁਝ ਵੀ, ਉਹ ਤਾਂ ਰਿਟਨ ਦੇ ਵਿੱਚ ਹੀ ਹੋਣੇ ਆ। ਉਹਦੇ 'ਚ ਹੁਣ ਜਿਵੇਂ ਤੁਸੀਂ ਮੇਰੇ ਨਾਲ ਹੋ, ਮੇਰੇ BA ਦੇ +2 ਦੇ ਜਾਂ ਮੈਟ੍ਰਿਕ ਦੇ ਜੋ ਵੀ ਮੇਰੇ ਐਗਜ਼ਾਮਸ ਆ, ਉਹਦੇ ਮੇਰੇ ਰਾਈਟਰ ਤੁਸੀਂ ਹੋਵੋਗੇ। ਤੁਸੀਂ ਦੱਸਤਾ ਮੈਨੂੰ ਵੀ ਆਹ ਲੇਖ ਹੈ, ਆਹ ਫਲਾਨਾ ਇਹ ਉਹ, ਸੋ ਉਹ ਜਾਣੀ ਕਿ ਮੇਨਟੇਨ, ਜਾਣੀ ਕਿ ਉਹ ਰਿਸਪੌਂਸਿਬਿਲਿਟੀ ਮੇਰੀ ਆ। ਮੈਂ ਬੋਲਣਾ, ਅੱਖਾਂ ਤੁਹਾਡੀਆਂ, ਕੰਮ ਮੈਂ ਲੈਣਾ, ਜਾਣੀ ਕਿ ਮੈਂ ਤੁਹਾਨੂੰ ਬੋਲ ਕੇ ਲਿਖਾਉਣਾ, ਤੁਸੀਂ ਲਿਖਣਾ ਉਹ ਯਾਦ ਕਰਕੇ। ਉਦੋਂ ਪਹਿਲਾਂ ਮੈਂ ਚਾਹੇ ਉਹ ਰਿਕਾਰਡਿੰਗ ਤੋਂ ਯਾਦ ਕਰਾਂ, ਚਾਹੇ ਉਹ ਕਿਤਾਬਾਂ ਤੋਂ ਯਾਦ ਕਰਾਂ, ਉਹ ਮੇਰੀ ਜ਼ਿੰਮੇਵਾਰੀ ਬਣਦੀ ਆ। ਔਰ ਜਿਹੜੇ ਸਾਡੇ ਸਕੂਲ ਨੇ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਗਿੱਲ ਚੌਂਕ, ਮੈਂ ਉੱਥੇ ਪੜ੍ਹਿਆ।
ਤੇ ਸਾਡੇ ਅੱਜ ਦੇ ਮੁੱਖ ਪ੍ਰਧਾਨ ਹੁਣ ਭਾਈ ਜੋਗਿੰਦਰ ਸਿੰਘ ਨੇ, ਪਹਿਲਾਂ ਸਾਡੇ ਗੁਰਪ੍ਰੀਤ ਸਿੰਘ ਜੀ ਸੀਗੇ ਚਾਹਲ ਸਾਹਿਬ। ਤੇ ਜਾਣੀ ਕਿ ਬਹੁਤ ਵਧੀਆ, ਕਦੇ ਉੱਥੇ ਵੀ ਤੁਸੀਂ ਚੱਕਰ ਮਾਰਿਓ ਤੇ ਉੱਥੋਂ ਪਤਾ ਲੱਗੂਗਾ ਤੁਹਾਨੂੰ ਕਿ ਬਲਾਈਂਡ ਸਰਕਲ ਹੁੰਦਾ ਜਿਹੜਾ ਵੀ ਉਹ ਕੀ ਚੀਜ਼ ਹੁੰਦੀ ਆ। ਤੇ ਸਾਡੇ ਜਿੱਦਾਂ ਦੇ ਵੀ ਜਿੰਨਾ ਵੀ ਹੋ ਸਕੇ ਵੀ ਸਾਡੇ ਬਲਾਈਂਡ ਸਰਕਲ ਲੋਕ ਜਿਹੜੇ ਅੱਖਾਂ ਤੋਂ ਅਪਾਹਜ ਨੇ ਜਾਂ ਕਿਸੇ ਅੰਗ ਪੈਰ ਤੋਂ ਅਪਾਹਜ ਨੇ, ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਵੀ ਇਹਨਾਂ ਨੂੰ ਕਿਸੇ ਪੜਾਅ 'ਤੇ ਲਿਆਂਦਾ ਜਾਵੇ। ਵੀਰ ਜਿਵੇਂ ਤੁਸੀਂ ਮੈਨੂੰ ਕੈਮਰੇ ਤੋਂ ਪਿੱਛੇ ਦੱਸ ਰਹੇ ਸੀ ਹੈ ਨਾ ਕਿ ਪਰਿਵਾਰ ਦੇ ਵਿੱਚ ਬਹੁਤ ਸਾਰੇ ਐਸੀਆਂ ਮੌਕੇ ਆਏ, ਐਸੇ ਜਦੋਂ ਮੋੜ ਆਏ ਕਿ ਬੰਦਾ ਟੁੱਟ ਜਾਂਦਾ ਹੈ ਨਾ, ਤੇ ਉਹ ਕਿਹੜਾ ਮੌਕਾ ਸੀ ਜਦੋਂ ਟੁੱਟੇ ਤੁਸੀਂ? ਦੇਖੋ, ਟੁੱਟਣ ਦੇ ਮੌਕੇ ਲਾ ਲਓ ਵੀ ਪਹਿਲਾਂ ਮੇਰੇ ਜਦੋਂ 2005 ਪਾਪਾ ਐਕਸਪਾਇਰ ਹੋਏ, ਔਰ 2004 ਦੇ ਵਿੱਚ ਮੇਰੇ ਜਿਹੜੇ, ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ, ਮੇਰੀ ਸਿਸਟਰ ਜੀ ਸੀਗੇ, ਮੇਰੇ ਸਿਸਟਰ ਨੇ ਤੇ ਇਹਨਾਂ ਦੇ ਹਸਬੈਂਡ ਸੀਗੇ, ਉਹ ਸਾਨੂੰ ਪਰੇਸ਼ਾਨ ਕਰਦੇ ਸੀਗੇ। ਔਰ ਸਾਡੇ ਸਾਬਕੇ ਸਰਪੰਚ ਹੁਣ ਵੀ ਮਿੱਠੂ ਜੀ ਹੈਗੇ ਆ, ਉਹਨਾਂ ਦੇ ਪੰਚਾਇਤ ਦੇ ਵਿੱਚ ਪਾਪਾ ਨੇ ਇਹ ਗੱਲ ਕਹੀ ਉਹਨਾਂ ਨੂੰ, ਕਹਿੰਦੇ ਯਾਰ ਵੀ ਤੂੰ ਪੁੱਤਰਾ ਮੈਨੂੰ ਤੰਗ ਨਾ ਕਰ, ਮੇਰੇ ਪੁੱਤ ਬਲਾਈਂਡ ਨੇ, ਇਹਨਾਂ ਨੂੰ ਦਿਖਦਾ ਨਹੀਂ ਹੈਗਾ, ਤੂੰ ਮੈਨੂੰ ਪਰੇਸ਼ਾਨ ਨਾ ਕਰ, ਮੈਂ ਤੇਰੇ ਪਗੜੀ ਪੈਰੀ ਰੱਖ ਦਿੰਦਾ। ਤੇ ਪਰ ਉਸ ਬੰਦੇ ਨੇ ਉਹਨਾਂ ਦੀ ਗੱਲ ਨਹੀਂ ਗਾਲੀ। ਤੇ ਉਸ ਤੋਂ ਬਾਅਦ ਦੇ ਵਿੱਚ ਭਾਵਕ ਹੋਣਾ ਮੇਰੇ ਵੀ, ਤੇ ਕੁਛ ਟਾਈਮ ਤੋਂ ਬਾਅਦ ਦੇ ਵਿੱਚ ਲਾ ਲਓ ਸਾਲ ਡੇਢ ਸਾਲ ਦੇ ਵਿੱਚ ਪਾਪਾ ਨੂੰ ਇਸ ਗੱਲ ਦੀ ਡਿਪਰੈਸ਼ਨ ਦੇ ਨਾਲ ਉਹਨਾਂ ਦੀ ਡੈਥ ਹੋ ਗਈ। ਤੇ ਸਿਸਟਰ ਤੋਂ ਬਾਅਦ ਦੇ ਵਿੱਚ ਚਲੋ ਅੱਜ ਮਾਰਿਆ, ਫਿਰ ਅਸੀਂ ਛੱਡਿਆ ਏ, ਫਿਰ ਕੁੜੀ ਨੂੰ ਕੁੱਟਿਆ, ਫਿਰ ਛੱਡਿਆ ਏ, ਕਿਉਂਕਿ ਉਹ ਬੰਦੇ ਨੂੰ ਇਹ ਲੱਗਦਾ ਸੀ ਵੀ ਇਹਨਾਂ ਨੂੰ ਦਿੰਦਾ ਨਹੀਂ, ਕੀ ਕਰਨਗੇ ਯਾਰ ਹੈ ਨਾ, ਵੀ ਇਹ ਕੁਛ ਨਹੀਂ ਕਰ ਸਕਦੇ। ਔਰ ਉਸ ਤੋਂ ਬਾਅਦ ਦੇ ਵਿੱਚ ਚਲੋ ਪੱਕਾ ਸਿਸਟਰ ਉਰੇ ਰਹਿਣਾ ਸ਼ੁਰੂ ਕਰਤਾ, ਤੇ ਬੇਟੇ 2 ਸੀਗੇ ਤੇ ਉਰੇ ਰਹਿੰਦੇ, ਇੱਥੇ ਸਾਡੇ ਕੋਲ ਹੀ ਰਹਿੰਦੇ ਸੀਗੇ। ਤੇ ਫਿਰ ਵੱਡੇ ਬ੍ਰਦਰ ਸੀਗੇ, ਜਦੋਂ ਹੁਣ ਮੈਂ ਥੋੜ੍ਹਾ ਆਪਦੇ ਆਪ ਨੂੰ ਸੰਭਾਲਣ ਦਾ ਹੋ ਗਿਆ ਕਿ 2017 ਦੇ ਵਿੱਚ ਫਿਰ ਮੈਂ ਵੱਡਾ ਬਾਈ ਕਹਿੰਦਾ ਵੀ ਹੁਣ ਮੁੰਡਾ, ਮੈਂ ਸੋਚਿਆ, ਮੈਂ ਕਿਹਾ ਪੁੱਤ ਹੁਣ ਤੂੰ ਭੱਜਣ 'ਚ ਆਇਆ ਕਰ। ਕਹਿੰਦਾ ਮੰਮਾ ਜੀ ਮੈਂ, ਪਹਿਲਾਂ ਉਹਨੂੰ ਕਹਿੰਦੇ ਵੀ ਪੁਲਿਸ 'ਚ ਭਰਤੀ ਹੋਇਆ, ਕਹਿੰਦਾ ਨਹੀਂ ਮੰਮਾ ਜੀ ਮੈਂ ਫੌਜ 'ਚ ਜਾਣਾ। ਮੈਂ ਚੱਲ ਤੇਰੀ ਮਰਜ਼ੀ ਆ ਪੁੱਤ, ਤੂੰ ਕਰ ਜਿਵੇਂ ਮਰਜ਼ੀ। ਯਾਨੀ ਕਿ ਉਹੀ ਟੈਨਸ਼ਨ ਪਾਪਾ ਵਾਲੀ ਸੇਮ ਟੈਨਸ਼ਨ ਵੱਡੇ ਬ੍ਰਦਰ ਨੂੰ ਹੋ ਗਈ, ਠੀਕ ਹੈ। ਤੇ ਉਸ ਬੰਦੇ ਨੇ ਕਿ ਜਦੋਂ 2019 ਦੇ ਵਿੱਚ, ਤੇ ਉਹੀ ਟੈਨਸ਼ਨ ਨੂੰ ਜਾਣੀ ਜਦੋਂ ਵੀ ਉਹ ਕਹਿੰਦੇ ਯਾਰ ਵੀ ਹੁਣ ਵੱਡੀ ਸਿਸਟਰ ਦਾ ਨਾਮ ਅਸੀਂ ਬਬਲੀ ਕਹਿ ਦਿੰਦੇ ਹਾਂ, ਇਹਨਾਂ ਸੁਖਵਿੰਦਰਾ, ਉੱਦਾਂ ਪੱਕਾ ਨਿਕਨੇਮ ਬਬਲੀ ਕਹਿ ਦਿੰਦੇ ਹਾਂ। ਕਹਿੰਦਾ ਹੁਣ ਬਬਲੀ ਆਪਣੇ ਕੋਲ ਰਹਿੰਦੀ ਆ, ਵੀ ਯਾਰ ਆਪਾਂ ਵੀ ਇੱਦਾਂ ਬੱਚੇ ਆਪਦੇ ਘਰ ਹੀ ਚੰਗੇ ਲੱਗਦੇ ਆ। ਤੇ ਜਾਣੀ ਕਿ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਦੀ ਵੀ ਡੈਥ ਹੋ ਗਈ, ਉਹਨਾਂ ਦਾ ਵੀ ਅਟੈਕ ਹੋਇਆ, ਠੀਕ ਹੈ। ਤੇ ਉਸ ਤੋਂ ਬਾਅਦ ਦੇ ਵਿੱਚ 1.5 ਮਹੀਨੇ ਬਾਅਦ ਉਹ ਬੰਦਾ ਆਪ ਜਾਂਦਾ ਹੈ। ਮੇਰੇ ਜੀਜਾ ਜੀ ਸੀਗੇ, ਬ੍ਰਦਰ ਦੀ ਆਈ ਥਿੰਕ ਮਈ ਦੇ ਵਿੱਚ 17 ਮਈ ਨੂੰ 19 ਮਈ ਨੂੰ ਡੈਥ ਹੁੰਦੀ ਹੈ ਉਹਨਾਂ ਦੀ 19 ਦੇ ਵਿੱਚ, ਤੇ ਉਹਨਾਂ ਦੀ 1.5 ਮਹੀਨਾ ਬਾਅਦ ਦੇ ਵਿੱਚ ਡੈਥ ਹੁੰਦੀ ਹੈ ਜੀਜਾ ਜੀ ਦੀ। ਮੈਂ ਤੇ ਇਹ ਕਹਿੰਦਾ ਵੀ ਜੇ ਉਹਨੇ ਜਾਣਾ ਹੀ ਸੀ ਤੇ ਪਹਿਲਾਂ ਹੀ ਚੱਲ ਜਾਂਦਾ, ਸ਼ਾਇਦ ਮੇਰਾ ਭਰਾ ਬਚ ਜਾਂਦਾ। ਤੇ ਉਸ ਤੋਂ ਬਾਅਦ ਦੇ ਵਿੱਚ ਨੈਕਸਟ 2008 ਦੇ ਵਿੱਚ, ਔਰ ਉਸ ਤੋਂ ਬਾਅਦ ਦੇ ਵਿੱਚ ਛੋਟੀ ਸਿਸਟਰ ਦੀ ਮੈਰਿਜ ਕੀਤੀ। ਔਰ ਛੋਟੀ ਸਿਸਟਰ ਦੀ ਮੈਰਿਜ ਕੀਤੀ, ਜਿਹੜੀ ਗੱਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਦਿਲ ਕਦੋਂ ਟੁੱਟਿਆ, ਦਿਲ ਇੰਨੀ ਕੁ ਵਾਰ ਟੁੱਟਿਆ ਕਿ ਹਾਲੇ ਤੱਕ ਵੀ, ਜਦੋਂ ਹੁਣ ਤੁਸੀਂ ਕਹਿੰਦੇ ਹੋ ਵੀ ਭਾਵੁਕ ਨਹੀਂ ਹੋਣਾ, ਕਿਉਂਕਿ ਬੰਦਾ ਜਿਹਦੇ ਉੱਤੋਂ ਦੀ ਗੁਜ਼ਰਦੀਆਂ, ਜਿਵੇਂ ਕਹਿੰਦੇ ਹੁਣ ਜੇ ਕਿਸੇ ਦੇ ਕੋਈ ਚੀਜ਼ ਵੱਜ ਗਈ, ਉਹਨੂੰ ਦਰਦ ਹੋਇਆ, ਖੂਨ ਨਾ ਨਿਕਲਿਆ, ਬਲੱਡ ਨਾ ਨਿਕਲਿਆ, ਉਹ ਸਮਝ ਲਓ ਤੁਹਾਡਾ ਆਪਣੇ ਕਿਸੇ ਦਾ ਆ। ਜੇ ਕਿਸੇ ਦੇ ਖੂਨ ਨਿਕਲ ਗਿਆ, ਉਹ ਸਮਝ ਲਓ ਕਿਸੇ ਦੇ ਬਾਹਰਲੇ ਨੇ ਕੀਤਾ। ਜੇ ਤੁਹਾਡੇ ਉੱਦਾਂ ਦਰਦ ਹੋਇਆ, ਕੋਈ ਬਲੱਡ ਨਹੀਂ ਨਿਕਲਿਆ, ਤੁਹਾਡੇ ਖੂਨ ਨਹੀਂ ਨਿਕਲਿਆ, ਸਮਝ ਲਓ ਤੁਹਾਡਾ ਅੰਦਰਲਾ ਦਰਦ ਹੈ, ਤੁਹਾਡੇ ਕਿਸੇ ਆਪਣੇ ਨੇ ਕੀਤਾ। ਤੇ 8 ਦੇ ਵਿੱਚ ਸਿਸਟਰ ਦੀ ਮੈਰਿਜ ਹੋਈ, ਤੇ ਜਦੋਂ ਲਾ ਲਓ ਵੀ ਸਿਹਰਾਬੰਦੀ ਹੋਈ ਤੇ ਉਹਨਾਂ ਨੂੰ ਗੱਡੀਆਂ ਚੱਲਣ ਲੱਗੀਆਂ, ਤੇ ਵੱਡੀ ਸਿਸਟਰ ਉਸ ਟਾਈਮ ਵਿਚੋਲੇ ਸੀਗੇ, ਤੇ ਸਿਸਟਰ ਨੂੰ ਕਹਿੰਦੇ ਜੀਜਾ ਸਾਹਿਬ ਕਹਿੰਦੇ ਮੇਰੇ, ਕਹਿੰਦੇ ਉਹ ਤਿੰਨੇ ਭਰਾ ਆ, ਆਨੰਦ ਕਾਰਜਾਂ ਦੀ ਰਸਮ ਤੇ ਹੋਣੇ ਨਹੀਂ ਚਾਹੀਦੇ। ਉਹ ਕੀ ਕਾਰਨ? ਉਹ ਕੀ ਕਾਰਨ? ਉਹਨਾਂ ਨੂੰ ਕਿੰਨ ਲੱਗਦਾ ਸੀ ਵੀ ਉਹਨਾਂ ਨੂੰ ਦਿਖਦਾ ਨਹੀਂ, ਤੇ ਕਿਉਂਕਿ ਉਸ ਟਾਈਮ ਤੇ ਸਿਸਟਰ ਨੂੰ ਇਹ ਹੋ ਗਿਆ ਵੀ ਇੱਕ ਤਾਂ ਮੇਰੇ ਭਰਾ ਐਵੇਂ ਵੀ ਅਸੀਂ ਕਾਰਜ ਮਸਾ ਰਚਾਇਆ, ਵੀ ਦੂਜੀ ਗੱਲ ਵੀ ਹੁਣ ਜੇ ਆਪਾਂ ਹੁਣ ਕੁੜੀ ਨਹੀਂ ਵਿਆਹਾਂਗੇ ਤੇ ਲੋਕ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਸੋਚਣਗੇ। ਤੇ ਉਸ ਤੋਂ ਬਾਅਦ ਦੇ ਵਿੱਚ, ਤੇ ਅੱਜ ਲਾ ਲਓ 2021 ਹੋ ਗਿਆ, ਉਸ ਬੰਦੇ ਨੇ ਅੱਜ ਤੱਕ ਸਾਡੇ ਨਾਲ ਕਦੇ ਹੈਂਡ ਸ਼ੇਅਰ ਨਹੀਂ ਕੀਤਾ। ਇੰਨੀ ਨਫ਼ਰਤ ਕਰਦੇ? ਹਾਂ, ਮੈਂ ਇਹੀ ਗੱਲ ਦੱਸਣੀ ਚਾਹਾਂਗਾ ਕਿ ਮੈਂ ਪੂਰੀ ਮੀਡੀਆ ਨੂੰ ਵੀ ਪੁੱਛਣਾ ਚਾਹਾਂਗਾ, ਤੇ ਵੀ ਇਸ ਚੀਜ਼ ਦਾ ਮੈਨੂੰ ਜਵਾਬ ਵੀ ਚਾਹੀਦਾ। ਤੇ ਕੱਲ੍ਹ ਹੀ ਸਿਸਟਰ ਨੂੰ ਛੱਡ ਕੇ ਆਇਆ ਮੈਂ, ਤੇ ਆਪਣਾ ਉਹਦਾ ਉਸ ਬੰਦੇ ਦਾ ਸ਼ੂਗਰ ਹੁਣ 420 ਸ਼ੂਗਰ ਹੋਈ ਪਈ, ਹਾਲੇ ਵੀ ਈਗੋ ਨਹੀਂ ਛੱਡ ਰਿਹਾ ਬੰਦਾ। ਉਹ ਗੁਲਾਬ ਸਿੰਘ ਉਹਨਾਂ ਦਾ ਨਾਮ ਹੈ,
98700 ਤੇ ਜੇ ਵੀਰ ਮੈਂ ਹੋਰ ਗੱਲ ਕਰਾਂ ਤੇ ਯਾਨੀ ਕਿ ਮੈਂ ਕਹਿਣ ਦਾ ਮਤਲਬ ਮੇਰਾ ਇਹ ਆ ਵੀਰ ਮੇਰੇ ਵੀ ਕਦੇ ਵਾਸਤੇ ਵੀ ਦੁਨੀਆ ਹੁਣ ਤੁਸੀਂ ਸਾਡੇ ਕੋਲੇ ਆਏ ਹੋ, ਤੁਸੀਂ ਨੇ ਕਿਆ ਲੈਣਾ ਸੀ ਸਾਡੇ ਤੋਂ? ਕਿ ਤੁਹਾਡੇ ਦੇ ਵਿੱਚ ਇੱਕ ਨਿਮਰਤਾ ਜਾਂ ਤੁਸੀਂ ਇਹ ਸੋਚਿਆ ਵੀ ਕਿਸੇ ਦਾ ਭਲਾ ਹੋਵੇ, ਹੈ ਨਾ? ਤੁਸੀਂ ਤਾਂ ਜਾਂ ਕੋਈ ਸਾਡੇ ਤੋਂ ਕੀ ਲੈ ਕੇ ਗਏ ਹੋ ਤੁਸੀਂ, ਜਾਂ ਕੀ ਲੈ ਕੇ ਜਾਓਗੇ ਸਾਡੇ ਤੋਂ? ਕਿ ਸਾਡੇ ਜਿਹੜੇ ਆਪਦੇ ਹੋ ਕੇ ਸਾਨੂੰ ਆਪਣੇ ਨਹੀਂ ਸਮਝਦੇ? ਸਾਡੇ ਪਿੰਡ ਦੇ ਸਰਪੰਚ ਸਾਹਿਬ, ਉਹਨਾਂ ਨੂੰ ਹੁਣ ਮੈਂ ਫਿਰ ਕਿਹਾ ਵੀ ਕੁੜੀ ਜੀ ਹੁਣ ਕੀ ਹੋਇਆ, ਪਿਛਲੇ ਦਿਨੀ ਮੇਰੇ ਭਤੀਜਾ ਜੀ ਦੀ ਡੈਥ ਹੋ ਗਈ, 22 ਸਾਲ ਦੀ ਉਮਰ ਸੀਗੀ। ਅਤੇ ਹੁਣ ਜਦੋਂ ਭੋਗ ਸੀਗਾ, ਭੈਣ ਕਹਿੰਦੀ ਵੀ ਆਪਾਂ ਇੱਦਾਂ ਕਰਕੇ ਪਿੰਡ ਜਾਣਾ, ਕਹਿੰਦਾ ਜੀ ਨਹੀਂ ਜਾਣਾ। ਭੈਣ ਨੇ ਫੋਨ ਕੀਤਾ ਮੈਨੂੰ, ਮੈਂ ਫਿਰ ਵੀ ਮੈਂ ਪੁੱਤ ਕੋਈ ਗੱਲ ਨਹੀਂ, ਮੈਂ ਅੱਜ ਤਾਂ ਚੱਲ ਭੋਗ ਸੀਗਾ, ਮੈਂ ਕਿਹੜਾ ਗੱਲਬਾਤ ਹੋਣੀ ਸੀ ਵੀ ਚੱਲ ਤੂੰ ਬਾਅਦ 'ਚ ਆ ਜੀ, ਆਪਾਂ ਇੱਕ ਕਹਿੰਦੇ ਹੁੰਦੇ ਆ ਵੀ ਗੱਲ ਹੀ ਨਿਬੇੜਨੀ ਆ, ਹੈ ਨਾ? ਬਾਅਦ ਦੇ ਵਿੱਚ ਜਦੋਂ ਸਿਸਟਰ ਨੇ ਗੱਲ ਕੀਤੀ ਵੀ ਆ ਮੈਂ ਜਾ ਕੇ ਆਉਣਾ, ਕਹਿੰਦਾ ਔਰ ਤੂੰ ਚੱਲ ਜਾ, ਬੱਚੇ ਛੱਡ ਜਾ ਮੇਰੇ, ਵੀ ਇਹਦਾ ਮਤਲਬ ਤੂੰ ਸਾਡੇ ਨਾਲ ਵਰਤਣਾ ਨਹੀਂ ਚਾਹੁੰਦਾ। ਤੇ ਬਾਈ ਮੈਂ ਤੇ ਇਹ ਜਿਵੇਂ ਹੁਣ ਤੁਸੀਂ ਆਖਿਆ ਕਿ ਸਾਡੇ ਨਾਲ ਵਿਤਕਰਾ ਕਰਦੇ ਆ, ਹੈ ਨਾ? ਸਾਡੇ ਭਾਜੀ ਹੋਰੀ ਨੇ ਉਹ ਵੀ ਵਿਤਕਰਾ ਕਰਦੇ ਆ। ਤੇ ਬਾਈ ਕਦੇ ਰੱਬ ਨਾਲ ਗਿਲਾ ਸ਼ਿਕਵਾ ਹੋਇਆ ਕਿ ਜਾਂ ਤਾਂ ਇਹ ਜੂਨ 'ਚ ਸਾਨੂੰ ਪਾਉਂਦਾ ਹੀ ਨਾ, ਜੇ ਪਾ ਦਿੱਤਾ ਸੀ ਤਾਂ ਸਾਨੂੰ ਅੱਖਾਂ ਤੱਕ ਤਾਂ ਦੇ ਦਿੰਦਾ? ਹਾਂ, ਬੜੀ ਵਾਰ ਹੋਇਆ। ਬੋਲੋ ਤੁਸੀਂ। ਜਦੋਂ ਬੰਦਾ ਹੈ ਨਾ ਜਦੋਂ ਕਿਸੇ ਤੇ ਕੋਈ ਬੀਤਦੀ ਹੈ ਕਿਸ ਤਰ੍ਹਾਂ ਦੀ, ਹੈ ਨਾ, ਕਿਸੇ ਦਾ ਵੀ ਮੰਨ ਲਓ, ਜਾਂ ਕਿਸੇ ਨੂੰ, ਹੁਣ ਮੈਂ ਇੱਕ ਵਾਰ ਧੂਰੀ ਦੇ ਵਿੱਚ ਗਿਆ, ਉੱਥੇ ਰਾਮਗੜੀਆਂ ਦਾ ਗੁਰਦੁਆਰਾ ਹੈ, ਅਤੇ ਉਹ ਉੱਥੇ ਇੱਕ ਰਾਗੀ ਸਿੰਘ ਨੇ ਕਹਿਤਾ, ਕਿਸੇ ਰਾਗੀ ਸਿੰਘ ਨੂੰ, ਕਹਿੰਦਾ ਦੀ ਬਾਂਹ ਫੜ ਲਿਆ। ਅਸੀਂ ਤਾਂ ਮੰਜ਼ਿਲ ਦੇ ਉੱਪਰ ਚੜ੍ਹੇ ਹੋਏ ਸੀਗੇ, ਅਤੇ ਮੰਜ਼ਿਲ ਦੇ ਉੱਪਰ ਚੜ੍ਹੇ ਹੋਏ, ਉਹਨੇ ਕਹਿਤਾ ਵੀ ਉਹ ਥੱਲੇ ਚਲਿਆ ਗਿਆ, ਮੈਂ ਤਾਂ ਹੀ ਖੜ੍ਹਾ ਰਿਹਾ। ਉਹਨੂੰ ਕਹਿੰਦਾ ਤੂੰ ਲੈ ਕੇ ਨਹੀਂ ਆਇਆ? ਭਾਈ ਜਸਵੀਰ ਸਿੰਘ ਬੁਢਲਾਡੇ ਤੋਂ ਸੀ, ਕਹਿੰਦਾ ਉਹਨੂੰ ਤੂੰ ਲੈ ਕੇ ਨਹੀਂ ਆਇਆ? ਉਹ ਜਸਵੀਰ ਸਿੰਘ ਕਹਿਣ ਲੱਗਿਆ, ਉਹ ਦੂਸਰੇ ਦਾ ਤਾਂ ਮੈਂ ਨਾਂ ਨਹੀਂ ਜਾਣਦਾ ਜਿਹਨੂੰ ਕਿਹਾ ਸੀ, ਉਹ ਕਹਿੰਦਾ ਯਾਰ ਤੂੰ ਹੀ ਲਿਆ। ਉਹਨੇ ਨਾਲੇ ਤਾਂ ਉਹਨੂੰ ਗਾਲੀ ਕੱਢੀ, ਬਹੁਤ ਗਾਲੀਆਂ ਕੱਢੀਆਂ, ਕਾਫੀ ਕੁਛ ਬੋਲਿਆ, ਨਾਲੇ ਉਹ ਮੈਨੂੰ ਲੈ ਕੇ ਆਇਆ, ਕਹਿੰਦਾ ਯਾਰ ਉਹ ਤੈਥੋਂ ਨਫ਼ਰਤ ਮੰਨੀ ਵੀ ਯਾਰ ਇਸ ਕਰਕੇ ਵੀ ਮੈਨੂੰ ਉਹਦੀ ਪੱਗ ਮੇਰੀ ਵੀ ਬੰਨੀ ਹੋਈ ਸੀ। ਉਹ ਕਹਿੰਦਾ ਕੀ ਪਤਾ ਰੱਬ ਤੈਨੂੰ ਇਹਦੇ ਵਰਗਾ ਕਰ ਦੇ, ਤੂੰ ਸਿਰਫ ਇੱਕ ਨੇਤਰਾ। ਫਿਰ ਕਈ ਵਾਰ ਸੋਚਦੇ ਹੁੰਦੇ ਆ ਵੀ ਯਾਰ ਪਰਮਾਤਮਾ, ਕਿਉਂਕਿ ਦੁਨੀਆ ਦੇ ਵਿੱਚ ਜਦੋਂ ਰਹਿੰਦੇ ਹੁਣ ਇਹ ਸਾਡੇ ਜਿਵੇਂ ਇਹਦੇ ਜੀ ਜਬ ਦੀ ਗੱਲ ਕੀਤੀ ਹੈ, ਉਹ ਵੀ ਸਾਡੇ ਨਾਲ ਇਸ ਕਰਕੇ ਵੀ ਅਗਲਾ ਕਹੂਗਾ ਇਹਦੇ ਸਾਲਿਆਂ ਨੂੰ ਦੀਂਦਾ ਨਹੀਂ। ਤੇ ਬਾਈ ਜੀ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਕਦੇ ਗਿਲਾ ਸ਼ਿਕਵਾ ਹੁੰਦਾ ਰੱਬ ਨਾਲ? ਬ੍ਰਦਰ ਦੇਖੋ, ਇਹ ਕਿਸਮਤ ਦੇ ਖੇਲ ਨੇ, ਉਹਦੇ ਨਾਲ ਸ਼ਿਕਵਾ ਕਰਕੇ ਅਸੀਂ ਉਹਦੀ ਪੂਛ ਨਹੀਂ ਦੱਬ ਲਾਂਗੇ। ਹਾਂ ਹੁੰਦਾ ਜ਼ਰੂਰ ਆ ਸ਼ਿਕਵਾ, ਹੁੰਦਾ ਕਹਿੰਦੇ ਆਪਣਿਆਂ ਨਾਲ ਹੀ ਹੁੰਦਾ, ਹੈ ਨਾ? ਕਿਸੇ ਗੈਰ ਨਾਲ ਸ਼ਿਕਵਾ ਨਹੀਂ ਹੁੰਦਾ। ਸ਼ਿਕਵਾ ਹੁੰਦਾ ਰੱਬ ਸਾਡਾ ਆਪਦਾ ਆ, ਅਤੇ ਸਭ ਤੋਂ ਪਹਿਲਾਂ ਤਾਂ ਰੱਬ ਸਾਡੀ ਮਾਂ ਆ ਜਿਹਨੇ ਸਾਨੂੰ ਜਨਮ ਦਿੱਤਾ। ਅੱਜ ਤੱਕ ਸਾਨੂੰ ਕਿਸੇ ਵੀ ਚੀਜ਼ ਦੀ ਜਾਂ ਕਿਸੇ ਵੀ ਗੱਲ ਦੀ ਕਦੇ ਤੋਟ ਨਹੀਂ ਆਉਣ ਦਿੱਤੀ। ਹੁਣ ਤੁਸੀਂ ਵੇਖ ਹੀ ਰਹੇ ਹੋ, ਬਜ਼ੁਰਗ ਅਵਸਥਾ ਉਹਨਾਂ ਦੀ 73 ਸਾਲ ਦੀ ਏਜ ਹੋ ਚੁੱਕੀ ਹੈ, ਪਰ ਹਾਲੇ ਤੱਕ ਵੀ ਉਹਨਾਂ ਨੇ ਕਦੇ ਹਾਰ ਕੇ ਹਿੰਮਤ ਨਹੀਂ ਦਿੱਤੀ ਕਿ ਮੇਰੇ ਪੁੱਤ ਇੱਦਾਂ ਨੇ, ਜਾਂ ਕਦੇ ਵੀ ਸਾਡੇ ਸਾਹਮਣੇ, ਹਾਂ ਆਪਣੇ ਅੰਦਰ ਹੀ ਤਾਂ ਸਾਰੇ ਰੋਂਦੇ ਆ, ਕਦੇ ਸਾਡੇ ਸਾਹਮਣੇ ਨਹੀਂ ਕਿਹਾ ਵੀ ਪੁੱਤ ਮੈਂ ਔਖੀ ਹਾਂ। ਪਰ ਮੈਨੂੰ ਖੁਦ ਨੂੰ ਪਤਾ, ਮੈਂ ਖੁਦ ਕਹਿਣਾ ਹੁੰਦਾ ਕਿ ਪ੍ਰਮਾਤਮਾ ਜੋਬ ਦੇਣੀ ਆ, ਮਾਤਾ ਦੀ ਜਿੰਦਿਆਂ ਦੇਈ, ਇਹ ਤਾਂ ਪਤਾ ਨਹੀਂ ਕਿਹਦੀ ਦੇਣਾ ਕਿਹਦੀ ਸਵੇਰਾ, ਔਰ ਬਾਅਦ 'ਚ ਮੈਨੂੰ ਕੁਛ ਨਹੀਂ ਚਾਹੀਦਾ। ਅੱਜ ਜੋ ਮੈਂ ਕਰ ਰਿਹਾ, ਮੈਂ ਸੋਚ ਰਿਹਾ ਕਿ ਮੇਰੀ ਮਾਂ ਨੂੰ ਇਹਨਾਂ 'ਤੇ ਪਤਾ ਲੱਗੇ ਔਰ ਉਹਨਾਂ ਦੀ ਜਾਨ ਸੌਖੀ ਜਾਵੇ ਜਾਂ ਸਾਡੀ ਜਾਵੇ, ਕਿ ਕੁਛ ਕਰ ਲਿਆ ਜਾਂ ਜ਼ਿੰਦਗੀ ਦੇ ਵਿੱਚ ਕੁਛ ਹੋ ਗਿਆ। ਅਤੇ ਬਾਕੀ ਮੈਂ ਸਭ ਨੂੰ ਇਹੀ ਉਦੇਸ਼ ਦੇਣਾ ਚਾਹੂੰਗਾ ਵੀ ਕਦੀ ਪਲੀਜ਼ ਕਿਸੇ ਤੋਂ ਨਫ਼ਰਤ ਨਾ ਕਰੋ, ਔਰ ਉਸ ਉੱਪਰ ਵਾਲੇ ਦਾ ਕੋਈ ਪਤਾ ਨਹੀਂ ਕਿਸੇ ਨੂੰ ਕਿਸੇ ਕਹੇ ਜਿਹੇ ਪੜਾਅ 'ਤੇ ਲਿਆ ਕੇ ਕਦੋਂ ਖੜਾ ਕਰ ਦੇਵੇ। ਤੇ ਵੀਰ ਜਾਂਦੇ ਜਾਂਦੇ ਤੁਸੀਂ ਹਾਰਮੋਨੀਅਮ ਪਲੇ ਕਰਦੇ ਹੋ, ਹੈ ਨਾ, ਗੁਰਬਾਣੀ ਕੀਰਤਨ ਕਰਦੇ ਹੋ, ਤੇ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਉਹ ਜ਼ਰੂਰ ਸੁਣਾਓ। ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ, ਓ ਮਾਮਾ ਕਈ ਕਈ ਲਾਡ ਲਡਾਉਂਦੀਆਂ ਨੇ, ਗਿੱਲੀ ਥਾਂ ਤੇ ਪੈਂਦੀਆਂ ਆਪ ਮਾਮਾ, ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ। ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ, ਤੇਰੀ ਮਮਤਾ ਅਤੇ ਦੁਲਾਰ ਤੇਰਾ। ਖੁਦ ਚੱਲਦੀ ਰਹੀ ਤਤੀਆਂ ਬਾਵਾਂ, ਮੈਨੂੰ ਕਰਕੇ ਠੰਡੜੀ ਛਾਂ,
ਹਰ ਜਨਮ ਦੇਣ ਨਹੀਂ ਦੇ ਸਕਦਾ, ਮੈਂ ਤੇਰੇ ਅਹਿਸਾਨਾਂ ਦਾ ਮਾਣ। ਜੋ ਖੁਸ਼ੀਆਂ ਨਾਲ ਲਿਆਉਂਦੀ ਏ ਤੇਰੇ ਲਈ ਮੈਂ ਓ ਰੁੱਤ ਹੋਵਾਂ, ਜੋ ਖੁਸ਼ੀਆਂ ਨਾਲ ਲਿਆਉਂਦੀ ਏ ਤੇਰੇ ਲਈ ਮੈਂ ਓ ਰੁੱਤ ਹੋਵਾਂ। ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ। ਅੱਜ ਜੋ ਵੀ ਹਾਂ ਮੈਂ ਜੱਗ ਉੱਤੇ, ਅੱਜ ਜੋ ਵੀ ਹਾਂ ਮੈਂ ਜੱਗ ਉੱਤੇ, ਇੱਕ ਤੇਰੇ ਕਰਕੇ ਹਾਂ। ਹਰ ਜਨਮ ਦੇਣ ਨਹੀਂ ਦੇ ਸਕਦਾ, ਮੈਂ ਤੇਰੇ ਅਹਿਸਾਨਾਂ ਦਾ ਮਾਣ। ਹਰ ਜਨਮ ਦੇਣ ਨਹੀਂ ਦੇ ਸਕਦਾ, ਮੈਂ ਤੇਰੇ ਅਹਿਸਾਨਾਂ ਦਾ ਮਾਣ, ਮੈਂ ਤੇਰੇ ਅਹਿਸਾਨਾਂ ਦਾ ਬਾਈ ਜੀ ਬਹੁਤ ਸੋਹਣੀ ਆਵਾਜ਼ ਹੈ। ਕਿਵੇਂ ਸੋਚਿਆ ਕਿ ਮੈਂ ਸੰਗੀਤਕ ਲਾਈਨ ਹੈ ਜਿਹੜੀ ਜਾਂ ਗੁਰਬਾਣੀ ਕੀ ਸ਼ਬਦ ਕੀਰਤਨ ਦੀ ਲਾਈਨ ਹੈ ਮੈਂ ਉਹ ਫੜ ਲਾਂ, ਇਹ ਬਚਪਨ ਦੇ ਵਿੱਚ ਕਿਵੇਂ ਸੋਚਿਆ ਸੀ? ਵੱਡੇ ਮੇਰੇ ਬ੍ਰਦਰ ਇਹ ਸੀਗੇ, ਪਹਿਲਾਂ ਇਹਨਾਂ ਨੂੰ ਸੀ, ਜਾਣੀ ਕਿ ਪਹਿਲਾਂ ਇਹ ਗਏ ਸੀ ਗੁਰਦੁਆਰਾ ਜਨਮ ਸਥਾਨ ਉਸਤਾਦ ਸਾਡੇ ਸੁਰਜੀਤ ਸਿੰਘ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਘਰੇ ਵੱਡੇ ਭਾਈ ਸਾਹਿਬ ਕੋਈ ਗਾਣੇ ਲਾ ਲੈਣੇ ਉਹਨਾਂ ਨੇ, ਮੈਂ ਗੁਣਗੁਣਾਉਣਾ ਨਾਲ ਇੱਕ ਕਹਿੰਦੇ ਇੱਕ ਤਾਂ ਸਿੱਖਣਾ ਹੁੰਦਾ, ਇੱਕ ਗੋਡ ਗਿਫਟ ਹੁੰਦੀ। ਮੈਨੂੰ ਲੱਗਦਾ, ਮੈਨੂੰ ਆਪਣੇ ਆਪ ਨੂੰ ਲੱਗਦਾ ਹੁੰਦਾ ਕਿ ਯਾਰ ਮੈਂ ਗਾ ਸਕਦਾ ਕੁਛ ਵੀ, ਜਿਵੇਂ ਪੁਰਾਣੀਆਂ ਕੈਸਟਾਂ ਹੁੰਦੀਆਂ, ਡੈਕ ਹੁੰਦੇ ਉਸ ਟਾਈਮ ਦੇ ਵਿੱਚ ਹੈ ਨਾ, ਅਤੇ ਉਹ ਚੀਜ਼ਾਂ ਸੁਣਨੀਆਂ, ਜਾਂ ਕੁਲਦੀਪ ਮਾਨਕ ਸਾਹਿਬ ਦੇ ਗਾਣੇ ਹੋਣੇ ਕਿਤੇ ਕੋਈ ਵੀ ਲਾ ਲਓ, ਇੱਕ ਵੀਰ ਦੇਈ ਵੇ ਰੱਬਾ ਹੈ ਨਾ, ਸਭ ਖਾਣ ਨੂੰ ਬੜਾ ਇੱਜ਼ਤ ਕਰਦਾ, ਚੰਨਾ ਮੈਂ ਤੇਰੀ ਖੈਰ ਮੰਗਦੀ ਵਗੈਰਾ, ਸਨੀ ਕਰਤਾਰ ਸਿੰਘ ਰਮਲਾ, ਸਾਰੇ ਪੁਰਾਣੇ ਸੌਂਗ ਜਿੱਦਾਂ ਵੀ, ਜਾਣੀ ਕਿ ਇਹ ਚੀਜ਼ਾਂ ਨੂੰ ਸੁਣ ਕੇ ਸੋਚਿਆ ਵੀ ਯਾਰ ਨਹੀਂ ਆਪਾਂ, ਬਾਕੀ ਕਹਿੰਦੇ ਵੀ ਸੀਗੇ ਲੋਕ ਵੀ ਆ ਇਹਨਾਂ ਨੂੰ ਕਿਸੇ ਗੁਰਦੁਆਰੇ ਛੱਡ ਦਿਓ, ਚੱਲ ਕੀਰਤਨ ਸਿੱਖ ਲੈਣਗੇ, ਕਿਸੇ ਰੋਟੀ ਜੋਗੇ ਹੋ ਜਾਣਗੇ। ਅਤੇ ਜਦੋਂ ਮੈਂ ਗੁਰਦੁਆਰਾ ਜਨਮ ਸਥਾਨ ਸਾਹਿਬ ਗਿਆ, ਔਰ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਨੂੰ ਕੋਈ ਸੱਜਣ ਪਿਆਰੇ ਮਿਲੇ, ਕੋਈ ਪੜ੍ਹੇ ਲਿਖੇ, ਉਹ ਕਹਿੰਦੇ ਵੀ ਚਲੋ ਗੁਰਬਾਣੀ ਵੀ ਜ਼ਰੂਰੀ ਆ, ਚਲੋ ਜੀਵਨ ਬਣਿਆ ਰਹੂਗਾ, ਅਤੇ ਨਾਲ ਤੂੰ ਪੜ੍ਹ ਵੀ ਯਾਰ। ਮੈਂ ਕਿਹਾ ਵੀ ਠੀਕ ਆ ਚਲੋ। ਉਸ ਤੋਂ ਬਾਅਦ ਦੇ ਵਿੱਚ ਮੈਂ ਫਿਰ ਜਾ ਕੇ ਸਟੱਡੀ ਸ਼ੁਰੂ ਕੀਤੀ, ਪਹਿਲਾਂ ਫਗਵਾੜੇ ਪੜ੍ਹਿਆ, ਔਰ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਮੈਂ ਤੁਹਾਨੂੰ ਗਿੱਲ ਚੌਂਕ, ਦਸ਼ਮੇਸ਼ ਨਗਰ, ਲੁਧਿਆਣੇ। ਅਤੇ ਵੀਰ ਜੀ ਜੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਅਤੇ ਤੁਸੀਂ ਸਾਨੂੰ ਕੀਰਤਨ ਸੁਣਾਓ ਇੱਕ ਵਾਰ। ਦੂਸਰੇ ਵੀਰ ਜੀ ਦੀ ਗੱਲ ਕਰ ਰਿਹਾ ਮੈਂ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨ ਜਿਉ ਤਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮਹਿ ਜੁਦ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਭ ਚੜ੍ਹੈ ਪਵ ਸਾਗਰ ਤਾਰੈ। ਧੀਰਜ ਤਾਮ ਬਨਾਏ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ, ਗਿਆਨ ਕੀ ਬਡਨੀ ਮਨੋ ਹੱਥ ਲੈ, ਕਾਤਰਤਾ ਕੁਤਬਾਰ ਬਹਾਰੇ। ਦਸਮ ਕਥਾ ਭਗਵਤ ਕੀ ਭਾਖਾ ਕਰੀ ਬਨਾਹੇ, ਅਬਰ ਵਾਸਨਾ ਨਾਹੀ ਪ੍ਰਭੂ, ਧਰਮ ਜੁਧ ਕੇ ਚਾਏ।
ਗਗਨ ਦੁਆਮਾ ਬਾਜਿਓ ਪਰਿਓ ਨਿਸ਼ਾਨੇ ਉਕਾਓ ਗਗਨ ਦੁਆਮਾ ਬਾਜਿਓ ਪਰਿਓ ਨਿਸ਼ਾਨੇ ਉਕਾਓ ਖੇਤ ਜੋ ਮਾਂਡਿਓ ਸੂਰਮਾ अब जूझन को ताओ खेत जो मांड्यो सूरमा अब जूझन को ताओ गगन दुआमा बाजियो पदियो निशाने उकाओ पदियो निशाने उकाओ सूरा सो एक मिनट अंतरा बोल देने दे सूरा सो पहचानी है जो लड़े दीन के हेत पुरजा पुरजा कट मरै कबहू न छाड़ खेत कबहू न छाड़ खेत गगन दुआमा बाजियो पदियो निशाने उकाओ पदियो निशाने उकाओ पदियो निशाने उकाओ वाहेगुरु। ਸੋ ਵੀਰ ਨੇ ਥੋੜਾ ਜਿਹਾ ਘੱਟ ਕੀਰਤਨ ਸੁਣਾਇਆ ਹੈ ਕਿਉਂਕਿ ਵੀਰ ਦੀ ਕਿਡਨੀ ਡੈਮੇਜ ਹੈ, ਇੱਕ ਕਿਡਨੀ ਨਾਲ ਹੀ ਹੁਣ ਵੀਰ ਜਿਉਂਦਾ ਹੈ। ਸੋ ਜਿਵੇਂ ਅਸੀਂ ਤੁਹਾਨੂੰ ਵੀਰਾਂ ਦੀ ਕਲਾ ਸੁਣਾਈ ਕਿ ਪਰਮਾਤਮਾ ਦੇ ਵੱਲੋਂ ਬਹੁਤ ਸਾਰਾ ਇਹਨਾਂ ਨੂੰ ਗੋਡ ਗਿਫਟਡ ਹੈ, ਇੱਕ ਆਵਾਜ਼ ਰੱਬ ਨੇ ਆਵਾਜ਼ ਇੱਕ ਬਹੁਤ ਸੋਹਣੀ ਦਿੱਤੀ ਹੋਈ ਹੈ, ਖੂਬਸੂਰਤ ਦਿੱਤੀ ਹੋਈ ਹੈ। ਵੀਰ ਕੋਈ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਸੁਨੇਹਾ, ਲੋਕਾਂ ਨੂੰ ਕੋਈ ਸੁਨੇਹਾ, ਜਿਹੜੇ ਲੋਕ ਵਿਤਕਰਾ ਕਰਦੇ ਤੁਹਾਡੇ ਨਾਲ? ਤੁਹਾਨੂੰ ਇਹ ਤੋਂ ਪਹਿਲਾਂ ਦੱਸ ਹੀ ਦਿੱਤਾ। ਬਾਕੀ ਸਿਰੇ ਦੁਨੀਆ ਦੇ ਲੋਕ ਇਹ ਸੋਚਣ ਕਿ ਗੁਰਬਾਣੀ ਜਿਹੜੀ ਜਦੋਂ ਅਸੀਂ ਬਿਨਾਂ ਅੱਖਾਂ ਤੋਂ ਪੜ੍ਹਦੇ ਆ ਤੇ ਜਿਹੜੇ ਪੜ੍ਹਨ ਵੀ ਨਹੀਂ ਜਾਣਦੇ ਜਾਂ ਜਿਹੜੇ ਪੜ੍ਹਦੇ ਵੀ ਨੇ, ਕਈ ਸੋਚਦੇ ਆ ਵੀ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਕਦੇ ਵੀ ਦੁਨੀਆ ਦੇ ਵਿੱਚ, ਕਿਉਂਕਿ ਪ੍ਰਮਾਤਮਾ ਦਾ ਪਤਾ ਨਹੀਂ ਬੰਦੇ ਨੂੰ ਕਿੱਥੇ ਖੜਾ ਦੇਵੇ, ਕਿਸ ਮੋੜ ਤੇ ਖੜਾ ਦੇਵੇ, ਕਿਉਂਕਿ ਅਕਾਲ ਪੁਰਖ ਨੇ ਕਿਹਾ ਨਦਰ ਪੁੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ, ਕਿਉਂਕਿ ਉਹਨੇ ਰਾਜੇ ਤੋਂ ਭੀਖ ਮੰਗਾਈ ਹੈ, ਭਿਖਾਰੀ ਤੋਂ ਰਾਜ ਕਰਾਇਆ। ਠੀਕ ਹੈ, ਇਸ ਕਰਕੇ ਵੀ ਕਹਿਣਾ ਚਾਹਾਂਗਾ ਵੀ ਭਾਈ ਵਿਤਕਰਾ ਕਿਸੇ ਨਾਲ ਨਾ ਰੱਖੋ। ਬਾਕੀ ਸਿਰੇ ਕਿਸੇ ਅਪਾਹਜ ਦੀ ਜਿਹੜਾ ਦੁਨੀਆ ਦੇ ਉੱਤੇ ਬੇਸਹਾਰਾ ਜੀ ਰਿਹਾ ਹੈ, ਉਸ ਕਰਕੇ ਉਹਦੀ ਸੇਵਾ ਵੱਧ ਤੋਂ ਵੱਧ ਕਰੋ, ਤਾਂ ਤੇ ਤੁਹਾਡਾ ਔਰ ਜਿਹੜਾ ਜੀਵਨ ਹੈ ਇਹ ਵੀ ਸਫਲ ਹੋਊਗਾ ਔਰ ਤੁਹਾਡੀ ਕਮਾਈ ਵੀ ਸਫਲ ਹੀ ਹੋਊਗੀ। ਹਾਂ, ਦੁਨੀਆ 'ਤੇ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਜਾਣੀ ਕਿ ਮੰਗ ਕੇ ਥੋੜ੍ਹਾ ਜਿਹਾ, ਕਿਉਂਕਿ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਮੰਗ ਤੰਗ ਕੇ ਕੋਈ ਗਲਤ ਚੀਜ਼ਾਂ ਖਾ ਪੀ ਲੈਣੀਆਂ, ਉਹ ਵੀ ਠੀਕ ਨਹੀਂ ਹੁੰਦਾ। ਪਰ ਕਈ ਇਸ ਤਰ੍ਹਾਂ ਦਾ ਉਹਨਾਂ ਦਾ ਦੇਖੋ ਤੁਸੀਂ ਵੀ, ਕੋਈ ਵੀ ਦੁਨੀਆ ਦੇ ਵਿੱਚ ਐਸੇ ਜੇਰੇ ਨੇ ਜਿਨ੍ਹਾਂ ਦੇ ਕੋਲ ਕੁਝ ਹੈ ਨਹੀਂ ਵੀ ਦੁਨੀਆ ਦੇ ਉੱਤੇ ਉਹਨਾਂ ਦੀ, ਕਿਉਂਕਿ ਅੱਜ ਕੱਲ੍ਹ ਪੈਸਾ ਐਸਾ ਵੀ ਹੈ ਜਿਹੜਾ ਬੇਫਜ਼ੂਲ ਪੈਸਾ ਖਰਾਬ ਹੋ ਰਿਹਾ ਦੁਨੀਆ ਦੇ ਉੱਤੇ, ਪਤਾ ਹੀ ਨਹੀਂ ਕਿੰਨਾ ਕੁ ਪੈਸਾ ਖਰਾਬ ਹੋ ਰਿਹਾ। ਪਰ ਇੱਕ ਉਹ ਲੋਕ ਨੇ ਜਿਹੜੇ ਕਿ ਲੋੜਵੰਦ ਦੀ ਸਹਾਇਤਾ ਨਹੀਂ ਕਰ ਸਕਦੇ, ਪਰ ਕੁਝ ਐਸੇ ਲੋਕ ਵੀ ਨੇ ਜਿਹੜੇ ਵਿੱਚ ਕਿਉਂਕਿ ਪੰਜੀ ਉਂਗਲਾਂ ਅਕਸਾਰ ਨਹੀਂ ਹੁੰਦੀਆਂ, ਵਿੱਚ ਕਰਦੇ ਵੀ ਨੇ। ਮੈਂ ਇਹੀ ਕਹਿਣਾ ਚਾਹਾਂਗਾ ਵੀ ਭਾਈ ਲੋੜਵੰਦ ਸੱਜਣਾਂ ਦੀ ਸਹਾਇਤਾ ਕਰੋ, ਉਹਨਾਂ ਦਾ ਸਤਿਕਾਰ ਕਰੋ, ਗੁਰਬਾਣੀ ਨਾਲ ਪਿਆਰ ਕਰੋ, ਆਏ ਗਏ ਪਤਵੰਤੇ ਸੱਜਣਾਂ ਦਾ, ਕਿਉਂਕਿ ਮੈਂ ਤੁਹਾਡਾ ਵੀ ਧੰਨਵਾਦੀ ਹਾਂ, ਉਹਨਾਂ ਦਾ ਵੀ ਸਤਿਕਾਰ ਕਰੋ। ਹੋ ਸਕਦਾ ਤਾਂ ਮੈਂ ਇਹ ਗੱਲ ਲਾਸਟ ਦੇ ਵਿੱਚ ਕਹੂੰਗਾ, ਹੋ ਸਕਦਾ ਪਰਮਾਤਮਾ ਹੀ ਮੇਰੇ ਘਰ ਦੇ ਵਿੱਚ ਆਇਆ ਹੋਵੇ, ਘੱਟ ਘੱਟ ਮੈਂ ਹਰ ਜੂ ਬਸ ਹੈ। ਸੰਤਨ ਕਹਿਓ ਪੁਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ, ਸੁਰਖਾਬ ਟੀਵੀ ਦੇ ਨਾਲ ਤੁਸੀਂ ਜੁੜੇ, ਬਹੁਤ ਬਹੁਤ ਧੰਨਵਾਦ। ਤੇ ਬਹੁਤ ਬਹੁਤ ਥੈਂਕ ਯੂ ਵੀਰੇ ਸਾਰੀ ਟੀਮ ਦਾ ਔਰ ਮੇਰੇ ਘਰ ਆਇਆਂ ਦਾ। ਤੇ ਬਾਕੀ ਮੇਰੇ ਕੋਲ ਤਾਂ ਕੋਈ ਸ਼ਬਦ ਬਚੇ ਹੀ ਨਹੀਂ ਕਿ ਮੈਂ ਕਿਹੜੇ ਲਫ਼ਜ਼ਾਂ ਦੇ ਨਾਲ ਤੁਹਾਡਾ ਥੈਂਕ ਯੂ ਕਰਾਂ, ਤੁਹਾਡਾ ਧੰਨਵਾਦ ਕਰਾਂ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਥੈਂਕ ਯੂ ਤੁਹਾਡਾ, ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ। ਤੇ ਜਿਵੇਂ ਵੀਰ ਜੀ ਕਹਿ ਕੇ ਰਹੇ ਨੇ ਪਹਿਲਾਂ ਵੀ, ਕੋਈ ਵੀ ਬੇਸਹਾਰਾ ਔਰ ਉਹਦੀ ਹੈਲਪ ਇਸ ਤਰੀਕੇ ਨਾਲ ਕਰੋ ਕਿ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲੇ।
ਅਗਲੇ ਦੇ ਮਨ ਨੂੰ ਤਾਂ ਮਿਲਣੀ ਹੀ ਮਿਲਣੀ ਹੈ ਕਿ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲੇ ਕਿ ਮੈਂ ਸਹੀ ਕਰ ਰਿਹਾ। ਠੀਕ ਹੈ, ਕਈ ਲੋਕ ਐਵੇਂ ਵੀ ਹੁੰਦੇ ਨੇ ਵੀ ਜਾਣ ਕੇ ਬਣ ਜਾਂਦੇ ਆ। ਬਥੇਰੇ ਲੋਕ ਹੈਗੇ, ਮੈਂ ਦਿੱਲੀ ਦੇ ਵਿੱਚ ਵੀ ਵੇਖਿਆ। ਮੈਂ ਦਿੱਲੀ ਕੀ ਸਾਰੀ ਜਗ੍ਹਾ ਕਿੱਥੇ ਕਿਤੇ ਕੰਮਾਂ ਘੁੰਮਿਆ, ਮੈਂ ਅੰਬਾਲਾ, ਦਿੱਲੀ, ਸਾਰੇ ਕਿਤੇ ਇਕੱਲੇ ਹੀ ਜਾਈਦਾ, ਜਿੱਥੇ ਵੀ ਜਾਈਦਾ ਹਰ ਇੱਕ ਜਗ੍ਹਾ ਜਾਈਦਾ। ਅਤੇ ਬਟ ਐਵੇਂ ਦਾ ਵੀ ਹੈ ਵੀ ਇਹੋ ਜਿਹੀ ਜਗ੍ਹਾ 'ਤੇ ਵੀ ਨਾ ਦਿਓ ਜਿੱਥੇ ਤੁਹਾਡਾ ਦਿੱਤਾ ਵੀ ਨਾ ਦਿੱਤਿਆਂ ਵਰਗਾ ਹੋਵੇ। ਵੀਰ ਜੀ, ਕਈ ਲੋਕ ਇਹ ਸਮਝਣਗੇ ਜਦੋਂ ਅਸੀਂ ਵੀਡੀਓ ਚਲਾਵਾਂਗੇ ਆਪਣੇ ਚੈਨਲ ਦੇ ਉੱਤੇ ਕਿ ਵੀਰ ਨੂੰ ਅੱਖਾਂ ਤੋਂ ਦਿਖਦਾ ਨਹੀਂ, ਇਹ ਗੁਰਬਾਣੀ ਇਹਨਾਂ ਨੇ ਕੰਠ ਕਿਵੇਂ ਕੀਤੀ, ਕੀਰਤਨ ਕਿਵੇਂ ਸਿੱਖਿਆ। ਇੱਕ ਵਾਰ ਉਹ ਜ਼ਰੂਰ ਦੱਸੋ ਕਿ ਗੁਰਬਾਣੀ ਕੰਠ ਕਿਵੇਂ ਕਰ ਲਈ ਤੁਹਾਨੂੰ, ਕਿਉਂਕਿ ਦਿਖਦਾ ਅੱਖਾਂ ਤੋਂ ਹੈ ਨਹੀਂ। ਮੇਰੇ ਉਸਤਾਦ ਹੁੰਦੇ ਸੀਗੇ, ਜਿਵੇਂ ਕਿ ਉਸਤਾਦ ਸੁਰਜੀਤ ਸਿੰਘ ਜੀ। ਉਹਨਾਂ ਨੇ ਸਾਨੂੰ ਸੁਰਾਂ ਦੇ ਉੱਪਰ ਬੋਲ ਕੇ ਸ਼ਬਦ ਲਵਾਏ, ਜਿਵੇਂ ਕਿ ਕਈ ਸ਼ਬਦ ਇੱਦਾਂ ਦੇ ਵੀ ਥਿਰ ਘਰ ਬੈਸੋ ਹਰ ਜਨ ਪਿਆਰੇ। ਠੀਕ ਹੈ ਜੀ, ਮਾਂ 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 ਗਾਰੇ ਸਾ ਸਾ। ਠੀਕ ਹੈ ਨਾ ਜੀ, ਇੱਕ ਲਿਪੀ ਬਣ ਗਈ, ਬੰਦਿਸ਼ ਬਣ ਗਈ, ਜਿਵੇਂ ਕਿ ਕਹਿ ਦਈਏ। ਠੀਕ ਹੈ, ਇਹ 11ਵੇਂ ਦੇ ਵਿੱਚ 8 ਮਾਤਰਾਂ ਦੇ ਵਿੱਚ। ਇਹ ਤਾਂ ਇੱਕ ਮੈਂ ਇੱਕ ਕੰਪੀਟੀਸ਼ਨ ਨਹੀਂ, ਵੈਸੇ ਇਹ ਤਾਂ ਰੱਟਾ ਲਾਇਆ, ਪਰ ਉਹ ਜਾਣੀ ਕਿ ਜਿਵੇਂ ਵੀ ਇਸ ਤਰ੍ਹਾਂ 4 ਅੱਖਰ ਇੱਦਾਂ ਦੇ ਪਕਾ ਲਏ। ਥਿਰ ਘਰ ਬੈਸੋ ਹਰ ਜਨ ਪਿਆਰੇ, ਪਤਾ ਲੱਗ ਗਿਆ ਵੀ ਪਿਆਰੇ ਹੋ ਰਿਹਾ, ਹਰ ਜਨ ਹੋ ਰਿਹਾ ਥਿਰ ਘਰ। ਠੀਕ ਹੈ, ਬਾਕੀ ਤੇ ਗੁਰਬਾਣੀ ਵੀਰ ਜੀ ਕਿਵੇਂ ਪੜ੍ਹਦੇ ਹੋ ਤੁਸੀਂ? ਗੁਰਬਾਣੀ ਪੜ੍ਹਦੇ ਹੀ ਜਿਹੜੇ ਸਾਡੇ ਜਾਣੀ ਕਿ ਸੰਗੀਤ ਦੇ ਉਸਤਾਦ ਸੁਰਜੀਤ ਸਿੰਘ ਜੀ ਅਤੇ ਪੜ੍ਹਾਈ ਦੇ ਉਸਤਾਦ ਨਿਰਭੈ ਸਿੰਘ ਜੀ ਗੁਰਥੜੀ ਤੋਂ ਹੋਏ ਨੇ ਮੈਨੂੰ, ਜਿਨ੍ਹਾਂ ਨੇ ਜਪਜੀ ਸਾਹਿਬ ਪੜ੍ਹਵਾਇਆ ਸੀਗਾ। ਤੇ ਉਹਨਾਂ ਨੇ ਫਿਰ ਕਿਵੇਂ ਪੜ੍ਹਵਾਇਆ ਸੀ ਤੁਹਾਨੂੰ? ਪੜ੍ਹਾਇਆ ਜਪਜੀ ਸਾਹਿਬ ਜੀ, ਮੰਨ ਲਓ ਵੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਪਿੱਛੇ ਬੋਲਣਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਮਗਰੋਂ ਮੈਂ ਜਿਵੇਂ ਤੁਹਾਨੂੰ ਹੁਣ ਬੁਲਾਊਂਗਾ ਵੀ ਕਹੋ ਵੀ। ਔਰ ਦੂਸਰਾ ਜਿਹੜਾ ਮੰਨ ਲਓ ਵੀ ਜਿਵੇਂ ਗੁਰਬਾਣੀ ਇੱਦਾਂ ਕਰਕੇ ਵੀ ਹੁਣ ਮੇਰੀ ਆਸਾ ਦੀ ਵਾਰ ਮੈਂ ਜਿਵੇਂ ਕੀਤੀ ਸੀ, ਮੈਂ ਆਸਾ ਦੀ ਵਾਰ 1.5 ਸਾਲ 'ਚ ਕੰਠ ਕੀਤੀ ਸੀ। ਰਹਿਰਾ ਸਾਹਿਬ ਮੈਂ ਸਾਲ 'ਚ ਕੰਠ ਕੀਤੀ ਸੀ। ਜਾਣੀ ਕਿ ਸ਼ਬਦ ਗੁਰਬਾਣੀ ਜਿਹੜੇ ਅੱਜ ਵੀ ਸ਼ਬਦ ਹੁਣ ਸੁਣਦੇ ਆ, ਮੰਨ ਲਓ ਹੁਣ ਇੰਨਾ ਜਾਣੀ ਕਿ ਐਕਸਪੀਰੀਅੰਸ ਵੱਧ ਗਿਆ, ਜਾਣੀ ਕਿ ਇੰਨਾ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਹੁਣ ਆਪਾਂ ਕੋਈ ਸ਼ਬਦ ਸੁਣ ਲਈਏ ਉਹਨੂੰ ਆਪਾਂ ਪਕੜ ਕਰ ਲੈਂਦੇ ਹਾਂ, ਉਹਨੂੰ ਸੁਰਾਂ ਦੇ ਉੱਪਰ ਪਕੜ ਕੇ। ਉਹ ਗੁਰਬਾਣੀ ਕੰਠ ਹੀ ਹੁੰਦੀ ਹੈ, ਗੁਰਬਾਣੀ ਕੰਠ ਕਰ ਲੈਂਦੇ ਹਾਂ। ਬਾਕੀ ਉਹਨੂੰ ਸੁਣ ਕੇ ਕਿਉਂਕਿ ਪਹਿਲਾਂ ਗਾਣੇ ਸੁਣਦੇ ਰਿਹਾ। ਅਸਲ ਦੇ ਵਿੱਚ ਗਾਣਿਆਂ ਤੋਂ ਪਤਾ ਲੱਗ ਜਾਂਦਾ ਹੈ। ਗੀਤ ਸੰਗੀਤ ਮਾੜਾ ਨਹੀਂ, ਲੋਕ ਕਹਿੰਦੇ ਨੇ ਗਾਣੇ, ਪਰ ਗਾਣੇ ਸੁਣਨ ਦਾ ਚੱਜ ਹੋਵੇ। ਅੱਜ ਦੇ ਸਿੰਗਰ ਨੇ ਜਿਹੜੇ ਅੱਜ ਦੇ ਗਾ ਰਹੇ ਨੇ ਗਵਈਏ, ਅੱਜ ਤਾਂ ਕਿਸੇ ਦੀ ਲੱਤ ਕਿਸੇ ਦੀ ਬਾਂਹ ਮਾਫ ਕਰਨਾ, ਪਰ ਜਿਹੜੇ ਹੁਣ ਜਿਵੇਂ ਸਰਦੂਲ ਸਾਹਿਬ ਦੀ ਚੱਲ ਗਏ, ਜਿਹੜੇ ਲੋਕ ਗਾਇਕੀ ਨਾਲ ਜੁੜੇ ਹੋਏ ਸੀ। ਇੱਕ ਹੁਣ ਮੈਨੂੰ ਕਈ ਕਹਿਣ ਲੱਗੇ ਨੇ ਤੁਸੀਂ ਗਾਣੇ ਸੁਣਦੇ ਹੋ। ਮੈਂ ਕਹਿੰਦਾ ਤੁਹਾਨੂੰ ਕੀ ਪਤਾ ਵੀ, ਕਿਉਂਕਿ ਗਾਣਾ ਨਹੀਂ ਸੁਣਨਾ ਅਸੀਂ ਉਹਦੇ ਵਿੱਚ ਮਿਊਜ਼ਿਕ ਸੁਣਨਾ। ਬਾਕੀ ਗਾਣੇ ਤੋਂ ਪਤਾ ਲੱਗਦਾ ਹੈ। ਮੇਰੇ ਗਾਣੇ ਵੀ ਬਹੁਤ ਕੰਠ ਨੇ, ਵੀ ਜਿਵੇਂ ਗਾਣਾ ਕੰਠ ਕਰਦਾ ਸੁਣ ਕੇ, ਇਸੇ ਤਰ੍ਹਾਂ ਗੁਰਬਾਣੀ ਕੰਠ ਹੋ ਜਾਂਦੀ ਹੈ। ਹੁਣ ਤੁਹਾਨੂੰ ਮੈਂ ਇੱਕ ਬੋਲ ਕੇ ਦਿਖਾਉਣਾ ਬਸ ਨੋਰਮਲ। ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਤਨ ਹਮਾਰਾ ਮੀਤ ਰਹਾਓ, ਮਨ ਵਿਲਾਸ ਪਏ ਸਾਹਿਬ ਕੇ ਆਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਮਨ ਵਿਲਾਸ ਪਏ ਸਾਹਿਬ ਕੇ ਆਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਤੁਹਾਨੂੰ ਦਿਖਾਇਆ ਕਿ ਕਿਵੇਂ ਵੀਰਾਂ ਨੂੰ ਗੁਰਬਾਣੀ ਕੰਠ ਹੈ ਤੇ ਸ਼ਬਦ ਕੀਰਤਨ ਕਰਦੇ ਆ। ਭਾਵੇਂ ਪ੍ਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ, ਪਰ ਅੱਖਾਂ ਵਾਲਿਆਂ ਨਾਲੋਂ ਜ਼ਿਆਦਾ ਕੁਝ ਦਿੱਤਾ ਹੈ। ਇੱਕ ਮਿੱਠੀ ਆਵਾਜ਼ ਦਿੱਤੀ ਹੈ। ਪਰ ਜਿਵੇਂ ਵੀਰਾਂ ਨੇ ਗੱਲਾਂ ਦੇ ਵਿੱਚ ਦੱਸਿਆ ਕਿ ਸਾਡੇ ਨਾਲ
ਬਹੁਤ ਸਾਰਾ ਵਿਤਕਰਾ ਹੁੰਦਾ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣੇ ਵੀ ਕਰਦੇ ਹੈ। ਜਦੋਂ ਅਸੀਂ ਕਿਤੇ ਨੌਕਰੀ ਲੈਣ ਜਾਂਦੇ ਹਾਂ ਉਦੋਂ ਵੀ ਵਿਤਕਰਾ ਕੀਤਾ ਜਾਂਦਾ। ਜਿਹੜੇ ਸਿਫਾਰਸ਼ੀ ਹੁੰਦੇ ਆ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਹੈ, ਪਰ ਸਾਡੇ ਵਰਗਿਆਂ ਜਿਨ੍ਹਾਂ ਕੋਲ ਗੁਣ ਹੁੰਦਾ ਹੈ ਉਹਨਾਂ ਨੂੰ ਵਿਤਕਰਾ ਕਰਕੇ ਛੱਡ ਦਿੱਤਾ ਜਾਂਦਾ ਹੈ। ਸੋ ਲੋੜ ਹੈ ਲੋਕਾਂ ਨੂੰ ਸਮਝਣ ਦੀ, ਸਾਡੇ ਸਮਾਜ ਨੂੰ ਸਮਝਣ ਦੀ ਕਿ ਪਰਮਾਤਮਾ ਦੇ ਵੱਲੋਂ ਜਿਹੜਾ ਇਹਨਾਂ ਦਾ ਗੁਣ ਦਿੱਤਾ ਗਿਆ ਇਹਨਾਂ ਨੂੰ, ਉਹਦੀ ਅਸੀਂ ਕਦਰ ਕਰੀਏ ਤੇ ਕਦੇ ਵੀ ਇਨਸਾਨਾਂ ਦੇ ਵਿੱਚ ਵਿਤਕਰਾ ਨਾ ਕਰੀਏ। ਕੋਈ ਵੱਡਾ ਜਾਂ ਛੋਟਾ ਜਾਂ ਪਰਮਾਤਮਾ ਦੇ ਵੱਲੋਂ ਕੋਈ ਅੰਗਹੀਣ ਬਣਾ ਦਿੱਤਾ ਗਿਆ, ਉਹਨਾਂ ਨਾਲ ਕੋਈ ਵੀ ਐਸਾ ਵਿਤਕਰਾ ਨਾ ਕਰੀਏ ਜਿਨ੍ਹਾਂ ਨਾਲ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੇ। ਉਮੀਦ ਹੈ ਸਾਡੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ। ਜੁੜੇ ਰਹੋ ਸੁਰਖਾਬ ਟੀਵੀ ਦੇ ਨਾਲ। ਮੈਨੂੰ